थैंक यू लॉर्ड जीसस। प्रभु यीशु ਤੁਹਾਡਾ ਧੰਨਵਾਦ, ਤੁਹਾਡੀ ਤਾਰੀਫ ਕਰਦੇ ਹਾਂ। ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਸਮਰਥੀ ਔਰ ਜ਼ਿੰਦਾ ਨਾਮ ਦੇ ਵਿੱਚ ਆਪ ਸਭ ਨੂੰ ਜੈਮ ਸਿੱਖੀ। ਮੈਂ ਪਾਸਟਰ ਅਨਿਲ ਸਿੱਧੂ, ਫਾਇਰ ਆਫ ਗॉड ਚਰਚ ਅਦੀਪਰ ਫਗਵਾੜਾ, ਪਰਮੇਸ਼ਰ ਦੀ ਪਵਿੱਤਰ ਔਰ ਜ਼ਿੰਦਾ ਹਜ਼ੂਰੀ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ, ਵੈਲਕਮ ਕਰਦਾ। ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਪਰਮੇਸ਼ਰ ਨੇ ਇੱਕ ਹੋਰ ਸੁੰਦਰ ਸਮੇਂ ਤੁਹਾਡੀ ਔਰ ਮੇਰੀ ਲਾਈਫ ਦੇ ਵਿੱਚ ਦਿੱਤਾ ਕਿ ਅਸੀਂ ਪਰਮੇਸ਼ਰ ਦੀ ਮਹਿਮਾ, ਉਹਦੀ ਸਤੁਤੀ ਔਰ ਉਹਦੀ ਪ੍ਰਸ਼ੰਸਾ ਕੀਤੀ। ਉਹਦੀ ਆਰਾਧਨਾ ਦੇ ਵਿੱਚ ਅਸੀਂ ਵਰਸ਼ਿਪ ਦੇ ਵਿੱਚ ਅਸੀਂ ਸੀ ਔਰ ਧੰਨਵਾਦ ਕਰਦੇ ਹਾਂ ਕਿ ਜਦ ਅਸੀਂ ਪਰਮੇਸ਼ਰ ਦੇ ਪਵਿੱਤਰ ਬਚਨ ਨੂੰ, ਪਰਮੇਸ਼ਰ ਦੇ ਪਵਿੱਤਰ ਕਲਾਮ ਨੂੰ ਸੁਣਨ ਜਾ ਰਹੇ ਹਾਂ, ਇੱਕ ਦੂਸਰੇ ਦੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਔਰ ਮੈਂ ਵਿਸ਼ਵਾਸ ਕਰਦਾ, ਮੈਂ ਆਸ ਰੱਖਦਾ ਕਿ ਅੱਜ ਦਾ ਵਚਨ ਤੁਹਾਡੇ ਲਈ ਔਰ ਮੇਰੇ ਲਈ ਸਭ ਲਈ ਬਲੈਸਿੰਗ ਦਾ ਕਾਰਨ ਹੋਗਾ, ਕਿਉਂਕਿ ਪਰਮੇਸ਼ਰ ਆਪਣੇ ਵਚਨ ਦੇ ਨਾਲ ਤੁਹਾਡੇ ਨਾਲ ਮੇਰੇ ਨਾਲ ਗੱਲ ਕਰਦਾ। ਬਹੁਤ ਸਾਰੀਆਂ ਕਮੀਆਂ, ਬਹੁਤ ਸਾਰੀਆਂ ਰੁਕਾਵਟਾਂ ਪਰਮੇਸ਼ਰ ਤੁਹਾਡੀ ਮੇਰੀ ਲਾਈਫ ਦੇ ਵਿੱਚ ਆਪਣੇ ਵਚਨ ਦੇ ਨਾਲ ਦੂਰ ਕਰਨ ਦੀ ਸ਼ਮਤਾ ਰੱਖਦਾ। ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਹਾਂ, ਕਿਉਂਕਿ ਸਾਡਾ ਪਰਮੇਸ਼ਰ ਜੀਵਤ ਹੈ। ਉਹਦਾ ਵਚਨ ਦੱਸਦਾ ਕਿ ਪਰਮੇਸ਼ਰ ਹਰ ਕੰਮ ਕਰਨ ਦੀ ਸ਼ਮਤਾ ਰੱਖਦਾ ਹੈ, ਕਿਉਂਕਿ ਸਾਡਾ ਪਰਮੇਸ਼ਰ ਜ਼ਿੰਦਾ ਹੈ। ਉਹ ਸਰਵ ਸ਼ਕਤੀਮਾਨ ਹੈ, ਸਰਵ ਵਿਆਪੀ ਹੈ, ਹਰ ਜਗ੍ਹਾ ਤੇ ਵਿਰਾਜਮਾਨ ਹੈ। ਉਹਦੀ ਬਾਣੀ ਸੱਚੀ ਹੈ ਮੇਰੇ ਯीशु ਦੇ ਲੋਕੋ, और यीशु जिंदा है। धन्यवाद करें इस परमेश्वर का। ये मेरे आंखों को बंद करें, थोड़ा सा मसीह प्रार्थना करेंगे दे वचन दे लिए। प्यारे प्रभु परमेश्वर हमारी उद्धार करता प्रभु यीशु, तुहाड़ा धन्नवाद, तुहाड़ी तारीफ हो। हालेलुया हालेलुया हालेलुया। आज दे जिंदा वचन, जिंदा कलाम ले मेरे खुदावंद, जा तेरे बेटे तेरे बेटियां मेरे खुदावंद असी एक दूसरे दिन शेयर करन जा रहे मेरे पिताजी, और होने दे मेरे खुदावंद आदा वचन पिताजी हर एक लिए ब्लेसिंग का कारण हो मेरे पिता परमेश्वर। एक अच्छी उपजाऊ भूमि में बीजा गया एक अच्छा वचन हो पिता, शैतान उस वचन को चुराने न पाए मेरे पिता, और फलवंत हो मेरे पिता 30 गुना 60 गुना 100 गुना, और फल कायम रही मेरे खुदावंद। तेरे कैसी प्रार्थना करते हैं पिताजी, है योजना मेरे खुदावंद अपने बच्चे के जीवन दे विच कार्य कर मेरे पिता परमेश्वर जी। आज दे वचन दे नाल मेरे पिता कि उन्होंने हौसला सली शांति धीरज मिले पिता, ग्रोथिंग हो खुदावंद। आज दा वचन एक एक ले पिता जी स्पिरिचुअल ग्रोथ का कारण बनने पाए मेरे पिता, तेरा धन्यवाद करते हैं। अपने आप भी मेरे खुदावंद, खुदा मैं आपके हाथों में देता पिता, आपके लहू में सील और कवर करता पिता परमेश्वर, और होने पाए मेरे पिता जितने भी तेरे बेटियां तेरे बेटे मेरे पिता परमेश्वर तेरे इस पवित्र वचन को सुनन जा रहे पिता जी, उन्हें सब दे मेरे पिता परमेश्वर जी आशीष का कारण हो मेरे पिता, मसीह की एक अच्छी टेस्टमनी का कारण होने पाए मेरे पिता, तेरा धन्यवाद करते हैं। ऐसा कलाम हर एक दी जिंदगी कारक और होवे, हर एक दी जिंदगी दे विच क्रियाशील होवे मेरे पिता परमेश्वर, तेरा धन्यवाद करते हैं। सारी महिमा आपके नाम को देते हुए यीशु मसीह के पवित्र समर्थी नाम से मांगते हैं, आमीन आमीन। प्रभु यीशु मसीह की जिंदा हजूरी दे विच, ओदी जिंदा उपस्थिति दे विच आप सब का स्वागत करते हैं। परमेश्वर दे असीसो आइए परमेश्वर दे वचन, परमेश्वर दे कलाम, परमेश्वर दी वाणी वल जावांगे। ਅਸੀਂ ਲੂਕਾ ਦੀ ਅੰਜੀਲ ਉਹਦਾ 10 ਅਧਿਆਇ, परमेश्वर ਦਾ ਵਚਨ ਲੂਕਾ ਦੀ ਅੰਜੀਲ ਉਹਦਾ 10 ਅਧਿਆਇ ਉਹਦੇ 25 ਤੋਂ ਲੈ ਕੇ ਅਸੀਂ 37 ਤੱਕ परमेश्वर ਦੀ ਵਾਣੀ ਨੂੰ ਦੇਖਦੇ ਹਾਂ। परमेश्वर ਦਾ ਵਚਨ ਲੂਕਾ ਦੀ ਅੰਜੀਲ, ਪ੍ਰਭੂ परमेश्वर ਹਾਲੇਲੂਇਆ। ਉਹਦੇ 25 ਦੇ ਵਿੱਚ ਲਿਖਦਾ ਤਾਂ ਕਹਿੰਦਾ, ਵੇਖੋ ਇੱਕ ਸ਼ਰਾਂ ਦੇ ਸਿਖਾਉਣ ਵਾਲੇ ਨੇ ਉਸ ਦੇ ਵਰਤਾਉਣ ਲਈ ਖੜੋ ਕੇ ਕਿਹਾ, ਗੁਰੂ ਜੀ ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ। ਪਰਮੇਸ਼ਵਰ ਦੇ ਵਚਨ, ਪਰਮੇਸ਼ਵਰ ਦੇ ਕਲਾਮ ਦੇ ਵਿੱਚ ਅਸੀਂ ਦੇਖਦੇ ਹਾਂ। ਔਰ ਅੱਗੇ ਸ਼ਬਦ ਦੇ ਵਿੱਚ ਲਿਖਦਾ, ਉਸਨੇ ਉਸਨੂੰ ਆਖਿਆ ਕਿ ਤੁਰੇਤ ਵਿੱਚ ਕੀ ਲਿਖਿਆ ਹੋਇਆ ਹੈ, ਤੂੰ ਕੀ ਕਰ ਪੜਦਾ ਹੈ। ਤਾਂ ਉਹਨੇ ਉੱਤਰ ਦਿੱਤਾ ਕਿ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ, ਅਤੇ ਔਰ ਆਪਣੇ ਗੁਆਂਢੀ ਨੂੰ ਆਪਣੇ ਜਿਹਾ। ਉਸਨੇ ਉਸਨੂੰ ਆਖਿਆ, ਤੈਂ ਠੀਕ ਉੱਤਰ ਦਿੱਤਾ, ਇਹੋ ਕਰ ਤਾਂ ਤੂੰ ਜੀਵੇਂਗਾ। ਪਰ ਉਹ ਜੋ ਚਾਹੁੰਦਾ ਸੀ ਪਈ ਆਪਣੇ ਤਾਈਂ ਸੱਚਾ ਠਹਿਰਾਵੇ,
यीशु ने कहा, फिर कौन है मेरा गवांढी? यीशु ने उत्तर दिता कि एक मनुख यरूशलेम तो यरीहो ਨੂੰ ਜਾਂਦਾ ਸੀ ਅਤੇ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਹਨਾਂ ਨੇ ਉਸ ਨੂੰ ਨੰਗਾ ਕਰਕੇ ਮਾਰਿਆ ਔਰ ਅਧਮੋਇਆ ਛੱਡ ਕੇ ਚਲੇ ਗਏ। ਸਬਬ ਨਾਲ ਇੱਕ ਜਾਜਕ ਉਸ ਰਸਤੇ ਉਤਰਿਆ ਜਾਂਦਾ ਸੀ ਅਤੇ ਉਹਨੂੰ ਵੇਖ ਕੇ ਲਾਂਭੇ ਹੋ ਕੇ ਲੰਘ ਗਿਆ। ਇਸੇ ਤਰ੍ਹਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਹਨੂੰ ਵੇਖ ਕੇ ਲਾਂਭੇ ਹੋ ਗਿਆ। ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੇ ਆਇਆ ਅਤੇ ਜਾਂ ਉਸ ਨੂੰ ਵੇਖਿਆ ਤਾਂ ਤਰਸ ਖਾ ਕੇ ਉਸ ਦੇ ਕੋਲ ਗਿਆ ਅਤੇ ਤੇਲ ਔਰ ਮੈਲ ਲਾ ਕੇ ਉਸ ਦੇ ਘਾਵਾਂ ਨੂੰ ਬੰਨਿਆ ਔਰ ਆਪਣੀ ਅਸਵਾਰੀ ਤੇ ਉਸ ਨੂੰ ਚੜਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਸ ਦੀ ਟਹਿਲ ਟਕੋਰ ਕੀਤੀ। ਫਿਰ ਸਵੇਰ ਨੂੰ 2 ਅਠਣੀਆਂ ਕੱਢ ਕੇ ਭਠਿਆਰਾਂ ਨੂੰ ਦਿੱਤੀਆਂ ਤੇ ਆਖਿਆ ਭਈ ਇਸ ਦੀ ਟਹਿਲ ਟਕੋਰ ਕਰਦਾ ਰਹੀਂ ਔਰ ਜੋ ਕੁਝ ਤੇਰਾ ਹੋਰ ਲੱਗੋ ਸੋ ਮੈਂ ਜਾ ਮੁੜ ਆਵਾਂ ਤੇਰਾ ਭਰ ਦਿਆਂਗਾ। ਸੋ ਉਸ ਮਨੁੱਖ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ, ਉਹਨਾਂ ਤੇਹਾਂ ਵਿੱਚੋਂ ਕਿਹੜਾ ਤੈਨੂੰ ਗਵਾਂਢੀ ਮਾਲੂਮ ਹੁੰਦਾ ਹੈ? ਉਹ ਬੋਲਿਆ, ਜਿਸ ਨੇ ਉਸ ਉੱਤੇ ਦਇਆ ਕੀਤੀ। ਫਿਰ ਯੀਸ਼ੂ ਨੇ ਉਸ ਨੂੰ ਆਖਿਆ, ਤੂੰ ਵੀ ਜਾ ਕੇ ਐਵੇਂ ਹੀ ਕਰ। ਪਰਮੇਸ਼ਰ ਦੇ ਪਵਿੱਤਰ ਵਚਨ ਲਈ ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ। ਜੋ ਅਸੀਂ 25 ਵਿੱਚ ਦੇਖਦੇ ਹਾਂ, ਮੇਰੇ ਜਦੋਂ ਤੋਂ ਸ਼ਰਾਂ ਦੇ ਸਿਖਾਉਣ ਵਾਲੇ ਨੇ, ਇੱਕ ਸਿੱਖੇ ਹੋਏ ਨੇ ਯੀਸ਼ੂ ਮਸੀਹ ਨੂੰ ਪਰਤਾਉਣ ਦੇ ਲਈ, ਯੀਸ਼ੂ ਮਸੀਹ ਦੀ ਪ੍ਰੀਖਿਆ ਲੈਣ ਦੇ ਲਈ, ਯੀਸ਼ੂ ਮਸੀਹ ਨੂੰ ਪਰਤਾਵੇ ਦੇ ਵਿੱਚ ਲੈ ਕੇ ਜਾਣ ਦੇ ਲਈ ਯੀਸ਼ੂ ਮਸੀਹ ਦੇ ਕੋਲੋਂ ਇੱਕ ਸਵਾਲ ਪੁੱਛਿਆ, ਇੱਕ ਕੁਐਸਚਨ ਪੁੱਟ ਕੀਤਾ। ਔਰ ਉਹ ਸਵਾਲ ਪੁੱਛ ਰਿਹਾ ਸੀ ਕਿ ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ ਕਿ ਮੈਂ ਕੀ ਕਰਾਂ? ਅੱਜ ਬਹੁਤ ਸਾਰੇ ਲੋਕ ਇਸ ਗੱਲ ਨੂੰ, ਇਸ ਵਚਨ ਦੇ ਉੱਤੇ ਚਾਹੁੰਦੇ ਜ਼ਰੂਰ ਹੋਣਗੇ, ਉਹਨਾਂ ਦੀ ਡਿਜ਼ਾਇਰ ਜ਼ਰੂਰ ਹੋਵੇਗੀ, ਉਹਨਾਂ ਦੀ ਖੁਆਇਸ਼ ਜ਼ਰੂਰ ਹੋਵੇਗੀ, ਉਹਨਾਂ ਦੀ ਇੱਛਾ ਜ਼ਰੂਰ ਹੋਵੇਗੀ ਕਿ ਅਸੀਂ ਵੀ ਸਦੀਪਕ ਜੀਵਨ ਨੂੰ ਪ੍ਰਾਪਤ ਕਰੀਏ। ਉਸ ਸਦੀਪਕ ਜੀਵਨ ਦੇ ਵਿੱਚ ਜਿਹਦੇ ਵਿੱਚ ਪਰਮੇਸ਼ਰ ਦੀ ਬਲੈਸਿੰਗ ਹੋਵੇ। ਔਰ ਉਸਨੇ ਵੀ, ਸਿਖਾਉਣ ਵਾਲੇ ਨੇ ਵੀ ਯੀਸ਼ੂ ਮਸੀਹ ਦੇ ਕੋਲੋਂ ਇਹੀ ਸਵਾਲ ਨੂੰ ਕੀਤਾ, ਕਹਿੰਦਾ ਕਿ ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵੇ। ਤਾਂ ਯੀਸ਼ੂ ਮਸੀਹ ਨੇ ਵੀ ਉਹਦੀ ਚਲਾਕੀ ਨੂੰ ਜਾਣਦਿਆਂ ਹੋਇਆ ਆਪਣੇ ਕੋਲੋਂ ਕੋਈ ਜਵਾਬ ਨਹੀਂ ਦਿੱਤਾ, ਆਪਣੇ ਕੋਲੋਂ ਕੋਈ ਆਨਸਰ ਨਹੀਂ ਦਿੱਤਾ। ਆਪਣੀ ਬੁੱਧੀ ਦੇ ਨਾਲ ਪਰਮੇਸ਼ਰ ਨੇ ਉਸ ਨੂੰ ਇੱਕ ਹੋਰ ਸਵਾਲ ਪੁੱਛਿਆ। ਯੀਸ਼ੂ ਨੇ ਵੀ ਉਹਨੂੰ ਪੁੱਛਿਆ, ਕਹਿੰਦੇ ਕਿ ਤੂੰ ਕੀ ਪੜ੍ਹਦਾ ਹੈ, ਜੋ ਵਿਵਸਥਾ ਦੇ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ। ਤਾਂ ਉਸਨੇ ਉੱਤਰ ਦਿੱਤਾ ਕਿ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਔਰ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ, ਆਪਣੇ ਗਵਾਂਢੀ ਨੂੰ ਆਪਣੇ ਜਿਹਾ। ਉਹਨੇ ਜਵਾਬ ਦਿੱਤਾ ਕਿ ਪਰਮੇਸ਼ਰ, ਮੈਂ ਪੜ੍ਹਦਾ ਹਾਂ ਕਿ ਪਰਮੇਸ਼ਰ ਦੀ ਵਿਵਸਥਾ ਦੇ ਵਿੱਚ ਲਿਖਿਆ ਆ ਕਿ ਆਪਣੇ ਪ੍ਰਭੂ ਪਰਮੇਸ਼ਰ ਨੂੰ ਆਪਣੀ ਸਾਰੀ ਜਾਨ, ਆਪਣੀ ਸਾਰੀ ਬੁੱਧ, ਆਪਣੀ ਸਾਰੀ ਸ਼ਕਤੀ ਦੇ ਨਾਲ ਪਿਆਰ ਕਰ ਔਰ ਆਪਣੇ ਗਵਾਂਢੀ ਨੂੰ ਆਪਣੇ ਵਰਗਾ ਪਿਆਰ ਕਰ। ਪਰਮੇਸ਼ਰ ਦੀ ਸਭ ਤੋਂ ਵੱਡੀ ਤੇ ਮਹਾਨ ਆਗਿਆ ਜ਼ਰੂਰ, ਜਾਂ ਮਹਾਨ ਹੁਕਮ ਨੂੰ ਸਭ ਤੋਂ ਵੱਡਾ ਹੁਕਮ ਇਹ ਹੀ ਕਹਿੰਦਾ ਕਿ ਆਪਣੇ ਗਵਾਂਢੀ ਨੂੰ ਆਪਣੇ ਪਹਿਲ ਪਰਮੇਸ਼ਰ ਦੀ ਤੁਹਾਡੀ ਤੇ ਮੇਰੀ ਲਾਈਫ ਦੇ ਵਿੱਚ ਸਭ ਤੋਂ ਵੱਧ ਕੇ ਕੋਈ ਵੀ ਚੀਜ਼ ਤੁਹਾਡੇ ਮੇਰੇ ਲਈ, ਅਗਰ ਅਸੀਂ ਪਰਮੇਸ਼ਰ ਦੇ ਬੇਟੇ, ਅਗਰ ਅਸੀਂ ਪਰਮੇਸ਼ਰ ਦੇ ਬੇਟੇ ਹਾਂ, ਤਾਂ ਕੋਈ ਚੀਜ਼ ਮਾਇਨਾ ਨਹੀਂ ਰੱਖਦੀ। ਤਾਂ ਜਦੋਂ ਉਹਨੇ ਇੱਕ ਜਵਾਬ ਦਿੱਤਾ ਤਾਂ ਯੀਸ਼ੂ ਮਸੀਹ ਨੇ ਵੀ ਉਸ ਨੂੰ ਬੋਲਿਆ ਕਿ ਤੈਂ ਠੀਕ ਉੱਤਰ ਦਿੱਤਾ। ਔਰ ਪ੍ਰਭੂ ਬੋਲੇ ਕਿ ਤੂੰ ਇਹੋ ਹੀ ਕਰ ਤਾਂ ਤੂੰ ਜਿਉਏਗਾ। ਬਹੁਤ ਵਾਰੀ ਅਸੀਂ ਕਿਸੇ ਨੂੰ ਪੁੱਛਦੇ ਹਾਂ ਕਿ ਅਸੀਂ ਪਰਮੇਸ਼ਰ ਦੇ ਕੋਲੋਂ ਬਲੈਸਿੰਗ ਲੈਣੀ ਹੋਵੇ ਤਾਂ ਅਸੀਂ ਕੀ ਕਰੀਏ ਜੀ। ਕਈ ਵਾਰੀ ਸਾਡੇ ਕੋਲ ਵੀ ਕਈ ਵਾਰੀ ਸਵਾਲ ਆ ਜਾਂਦੇ ਆ ਕਿ ਅਗਰ ਅਸੀਂ ਪਰਮੇਸ਼ਰ ਦੇ ਵਿੱਚ ਗਰੋਥ ਕਰਨੀ ਹੋਵੇ, ਅਸੀਂ ਪ੍ਰਭੂ ਦੇ ਵਿੱਚ ਵਧਣਾ ਹੋਵੇ, ਅਸੀਂ ਅਗਲੇ ਲੈਵਲ ਤੱਕ ਜਾਣਾ ਹੋਵੇ ਤਾਂ ਅਸੀਂ ਕੀ ਕਰਾਂਗੇ। ਔਰ ਉੱਥੇ ਅੱਗੇ ਵਿੱਚ ਲਿਖਦਾ, ਕਹਿੰਦਾ ਪਰ ਉਹ ਚਾਹੁੰਦਾ ਸੀ ਭਈ ਆਪਣੇ ਤਾਈਂ ਸੱਚਾ ਠਹਿਰਾਵੇ। ਪਰ ਉਹਨੇ ਕਿਹਾ ਕਿ ਇਹ ਤਾਂ ਮੈਂ ਕਰਦਾ ਹੀ ਹਾਂ, ਇਹ ਤਾਂ ਮੈਨੂੰ ਪਤਾ ਹੀ ਆ ਕਿ ਮੈਂ ਕਰਨਾ ਹੀ ਹਾਂ, ਪਰ ਤੁਹਾਡੀ ਰਾਏ ਦੇ ਵਿੱਚ ਜਾਂ ਤੁਹਾਡੇ ਕਹਿਣ ਦੇ ਮੁਤਾਬਿਕ
ਕਿ ਮੈਂ ਠੀਕ ਕਰਦਾ ਹਾਂ? ਕਈ ਵਾਰੀ ਸਾਡੀਆਂ ਵੀ ਕੁਝ ਗੱਲਾਂ ਹੁੰਦੀਆਂ ਜਦੋਂ ਅਸੀਂ ਕਿਸੇ ਨਾਲ ਖਾਂਦੇ ਹਾਂ ਕਿ ਅਸੀਂ ਪਰਮੇਸ਼ਰ ਦੇ ਵਿੱਚ ਕਿੱਦਾਂ ਵੱਧ ਸਕਦੇ ਹਾਂ, ਅਸੀਂ ਪਰਮੇਸ਼ਰ ਦੀ ਆਸ਼ੀਸ਼ ਨੂੰ ਕਿੱਦਾਂ ਲੈ ਸਕਦੇ ਹਾਂ, ਅਸੀਂ ਪਰਮੇਸ਼ਰ ਦੇ ਵਿੱਚ ਹੋਰ ਕਿੱਦਾਂ ਗਰੋਥ ਕਰ ਸਕਦੇ ਹਾਂ। ਅਗਰ ਅਸੀਂ ਉਹਨਾਂ ਨੂੰ ਬੋਲਾਂਗੇ ਕਿ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰਿਆ ਕਰੋ, ਪਰਮੇਸ਼ਰ ਦੇ ਵਚਨ ਨੂੰ ਪੜ੍ਹਿਆ ਕਰੋ, ਪਰਮੇਸ਼ਰ ਦੇ ਵਚਨ ਨੂੰ ਆਪਣੇ ਜੀਵਨ ਵਿੱਚ ਲਿਆ ਕਰੋ, ਦੁਆ ਕਰਿਆ ਕਰੋ, ਤਾਂ ਬਹੁਤਾ ਜਵਾਬ ਫੱਟ ਤੇ ਨਹੀਂ, ਸੁਣਨ ਤੋਂ ਪਹਿਲਾਂ ਹੀ ਜਵਾਬ ਮੋਹਰੇ ਹੁੰਦਾ। ਅਗਰ ਕਿਸੇ ਨੂੰ ਪੁੱਛੀਏ ਕਿ ਦੁਆ ਕਰਦੇ ਹਾਂ, ਹਾਂਜੀ ਹਾਂਜੀ ਅਸੀਂ ਕਰਦੇ ਹਾਂ, ਔਰ ਕਿੰਨੀ ਕਰਦੇ ਹਾਂ, ਫਿਰ ਗੱਲ ਇੱਥੇ ਕਿੰਨਾ ਤੁਸੀਂ ਵਚਨ ਨੂੰ ਫੋਲੋ ਕਰਦੇ ਆ, ਕਿੰਨਾ ਤੁਸੀਂ ਵਚਨ ਦੇ ਨਿਸ਼ਚਾ ਕਰਨ ਤੋਂ ਬਾਅਦ ਉਸ ਉੱਤੇ ਅਮਲ ਕਿੰਨਾ ਕਰਦੇ ਆ। ਉਹਨੇ ਵੀ ਇਹੀ ਬੋਲਿਆ, ਬੰਦਾ ਮੈਂ ਪੜ੍ਹਦਾ ਇਹੀ ਪੜ੍ਹਿਆ ਮੈਂ, ਔਰ ਬਾਣੀ ਦੇ ਵਿੱਚ ਲਿਖਦਾ ਯਿਸੂ ਮਸੀਹ ਵੀ ਬੋਲੇ, ਕਹਿੰਦੇ ਕਿ ਉੱਤਰ ਤਾਂ ਤੂੰ ਠੀਕ ਦਿੱਤਾ, ਪਰ ਇਹੋ ਕਰ ਵੀ ਸਿਰਫ ਪੜ੍ਹਨਾ ਹੀ ਉਹਨੂੰ ਕਾਫੀ ਨਹੀਂ ਆ, ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਵੀ ਕੰਪਲਸਰੀ ਆ, ਅਨਿਵਾਰੀ ਆ। ਪਰਮੇਸ਼ਰ ਨੇ ਬੋਲਿਆ ਕਿ ਤੂੰ ਅਗਰ ਪੜ੍ਹਦਾ ਵਾ ਤੇ ਕਰ ਵੀ। ਜੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਹਾਂ, ਅਸੀਂ ਪਰਮੇਸ਼ਰ ਦੇ ਵਚਨ ਦੇ ਉੱਤੇ ਅਗਰ ਅਸੀਂ ਧਿਆਨ ਨਹੀਂ ਦਿੰਦੇ, ਅਗਰ ਅਸੀਂ ਉਹਦੇ ਉੱਤੇ ਨਿਸ਼ਚਾ ਦੇ ਨਾਲ ਅਮਲ ਨਹੀਂ ਕਰਦੇ, ਤਾਂ ਪੜ੍ਹਿਆ ਵੀ ਕਿਸੇ ਕੰਮ ਦਾ ਨਹੀਂ ਆ। ਔਰ ਉਹਨੇ ਵੀ ਆਪਣੇ ਆਪ ਨੂੰ ਸੱਚਾ ਠਹਿਰਾਉਣ ਦੇ ਲਈ ਵਾਹ ਖੱਟਰ ਲਈ ਪੁੱਛਿਆ ਹੋਵੇਗਾ ਕਿ ਮੈਂ ਇਹ ਕਰਦਾ ਹਾਂ ਪਰਮੇਸ਼ਰ ਮੈਂ ਇਹ ਪੜ੍ਹਦਾ ਵੀ ਹਾਂ। ਤਾਂ ਯਿਸੂ ਮਸੀਹ ਨੇ ਵੀ ਉਸਨੂੰ ਫਿਰ ਅੱਗੇ ਸਵਾਲ ਕੀਤਾ। ਫਿਰ ਯਿਸੂ ਨੇ ਕਿਹਾ, ਫਿਰ ਕੌਣ ਹੈ ਮੇਰਾ ਗਵਾਂਢੀ? ਯਿਸੂ ਮਸੀਹ ਨੇ ਉਸ ਨੂੰ ਸਵਾਲ ਪੁੱਛਿਆ, ਕਹਿੰਦੇ ਕਿ ਮੇਰਾ ਗਵਾਂਢੀ ਕੌਣ ਹੈ? ਔਰ ਯਿਸੂ ਮਸੀਹ ਨੇ ਇੱਕ ਦ੍ਰਿਸ਼ਟਾਂਤ ਰਾਹੀਂ ਉਹਨਾਂ ਨੂੰ ਇੱਕ ਹੋਰ ਸਵਾਲ ਪੁੱਛਿਆ। ਉਹਨਾਂ ਨੇ ਪਹਿਲਾ ਸਵਾਲ ਯਿਸੂ ਮਸੀਹ ਦੇ ਭਰਤਾਂ ਨੂੰ ਪੁੱਛਿਆ, ਫਿਰ ਯਿਸੂ ਮਸੀਹ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਕੀ ਪੜ੍ਹਦੇ ਹੋ। ਜਦੋਂ ਉਹਨੇ ਉਸ ਦਾ ਜਵਾਬ ਦਿੱਤਾ, ਯਿਸੂ ਨੇ ਫਿਰ ਅੱਗੋਂ ਉਹਨੂੰ ਇੱਕ ਸਵਾਲ ਕੀਤਾ ਕਿ ਮੇਰਾ ਗਵਾਂਢੀ ਕੌਣ ਹੈ। ਔਰ ਯਿਸੂ ਮਸੀਹ ਨੇ ਇੱਕ ਦ੍ਰਿਸ਼ਟਾਂਤ ਉਹਨਾਂ ਦੇ ਨਾਲ ਸਾਂਝਾ ਕੀਤਾ। ਇੱਕ ਦ੍ਰਿਸ਼ਟਾਂਤ ਯਿਸੂ ਮਸੀਹ ਨੇ ਉਹਨਾਂ ਨੂੰ ਦੱਸਿਆ ਕਿ ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦਾ ਸੀ, ਤਾਂ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਸ ਨੂੰ ਨੰਗਾ ਕਰਕੇ ਮਾਰਿਆ, ਅਦਮ ਹੋਇਆ ਕਰਕੇ ਛੱਡ ਕੇ ਚਲੇ ਗਏ। 3 ਪਰਸਨ ਉਹਨਾਂ ਦੇ ਕੋਲ ਆਏ। ਪਹਿਲਾ ਆਇਆ ਇੱਕ ਜਾਜਕ ਜਿਨ੍ਹਾਂ ਦੀ ਕੋਈ ਹੈਲਪ ਨਹੀਂ ਕੀਤੀ, ਦੂਸਰਾ ਆਇਆ ਲੇਵੀ ਜਿਨ੍ਹਾਂ ਦੀ ਕੋਈ ਹੈਲਪ ਨਹੀਂ ਕੀਤੀ, ਤੀਸਰੇ ਨੰਬਰ ਤੇ 3rd ਪਰਸਨ ਆਇਆ ਉਹ ਸਾਮਰੀ ਜਿਹਨੇ ਉਹਨੂੰ ਚੱਕਿਆ, ਆਪਣੀ ਸਵਾਰੀ ਤੇ ਬਿਠਾਇਆ, ਸਰਾਂ ਦਾ ਵਿੱਚ ਲੱਗਿਆ, ਪਛਾੜੇ ਦੇ ਕੋਲ ਜਾ ਕੇ ਉਹਦੀ ਟਹਿਲ ਟਕੋਰ ਕਰਾਈ, ਉਹਨੂੰ 2 ਪਛਾਣੀਆਂ ਦਿੱਤੀਆਂ ਔਰ ਬੋਲਿਆ ਕਿ ਟਹਿਲ ਸੇਵਾ ਕਰਦਾ ਰਹੀਂ, ਜਦੋਂ ਮੈਂ ਵਾਪਸ ਆਵਾਂ ਤਾਂ ਮੈਂ ਉਹ ਵੀ ਬਾਂਦਾ ਜੋ ਤੇਰਾ ਤੈਨੂੰ ਦੇ ਦੇਵਾਂਗਾ। ਤਾਂ ਯਿਸੂ ਮਸੀਹ ਨੇ ਪੁੱਛਿਆ, ਫਿਰ ਇਹਨਾਂ ਤਿੰਨਾਂ ਦੇ ਵਿੱਚੋਂ ਉਸ ਜਿਹੜਾ ਡਾਕੂ ਦੇ ਹੱਥਾਂ ਦੇ ਵਿੱਚ ਆ ਗਿਆ ਸੀਗਾ, ਉਹਨਾਂ ਦੇ ਵਿੱਚੋਂ ਗਵਾਂਢੀ ਕੌਣ ਆ? ਤਾਂ ਉਹਨਾਂ ਨੇ ਬੋਲੇ ਜੀ, ਨਾ ਜਾਜਕ ਨਾ ਲੇਵੀ, ਬਲਕਿ ਉਹ ਜਿਹਨੇ ਉਸੇ ਦਇਆ ਕੀਤੀ ਹੈ, ਜਿਹਨੇ ਉਹਦੀ ਹੈਲਪ ਕੀਤੀ, ਉਹ ਸਾਮਰੀ ਆ। ਸਾਡੀ ਸੋਚ ਦੇ ਮੁਤਾਬਿਕ ਅਸੀਂ ਇਹੀ ਮਹਿਸੂਸ ਕਰਦੇ ਹਾਂ, ਅਸੀਂ ਉਹਦੀ ਹੈਲਪ ਤੋਂ, ਅਸੀਂ ਉਹਦੀ ਦਇਆ ਤੋਂ ਇਹੀ ਮਹਿਸੂਸ ਕਰ ਸਕਦੇ ਹਾਂ, ਇਹੀ ਅਸੀਂ ਦੇਖਿਆ ਆ ਕਿ ਨਾ ਜਾਜਕ ਨੇ ਕੋਈ ਹੈਲਪ ਕੀਤੀ, ਨਾ ਲੇਵੀ ਨੇ ਕੋਈ ਹੈਲਪ ਕੀਤੀ, ਪਰ ਹੈਲਪ ਕੀਤੀ ਉਸ ਸਾਮਰੀ ਪਰਸਨ ਨੇ ਜਿਹਨੇ ਉਹਦੀ ਜਾਨ ਦੀ ਪਰਵਾਹ ਕੀਤੀ, ਉਹਨੂੰ ਚੱਕ ਕੇ ਸਰਾਂ ਦੇ ਵਿੱਚ ਲੈ ਕੇ ਗਿਆ। ਤਾਂ ਯਿਸੂ ਮਸੀਹ ਨੇ ਕੀ ਬੋਲਿਆ? ਫਿਰ ਪਰਮੇਸ਼ਰ ਬੋਲੇ ਕਿ ਜਾ ਤੂੰ ਵੀ ਐਵੇਂ ਹੀ ਕਰ। ਪਰਮੇਸ਼ਰ ਦਾ ਵਚਨ ਹਰ ਸਮੇਂ ਤੁਹਾਡੇ ਤੋਂ ਤੇ ਮੇਰੇ ਤੋਂ ਵੀ ਪੁੱਛ ਸਕਦਾ ਹੈ ਕਈ ਵਾਰੀ, ਕਿਉਂਕਿ ਪਰਮੇਸ਼ਰ ਦਾ ਵਚਨ ਜੋ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਮੇਰੇ ਜੀਸੂ, ਉਹ ਸਾਨੂੰ, ਤੁਹਾਨੂੰ ਤੇ ਮੈਨੂੰ ਸੰਭਾਲਦਾ, ਤੁਹਾਨੂੰ ਤੇ ਮੈਨੂੰ ਬਲੈਸ ਕਰਦਾ। ਪਰ ਉਹਨੇ ਪੁੱਛਿਆ, ਦੱਸੋ ਨਾ ਜਾਜਕ ਅੱਗੇ ਹੱਥ ਵਧਾਇਆ, ਨਾ ਲੇਵੀ ਨੇ ਵਧਾਇਆ, ਪਰ ਤਰਸ ਕਿਸ ਤੇ ਆਇਆ? ਤਰਸ ਕਿਸ ਨੂੰ ਆਇਆ? ਉਸ ਸਾਮਰੀ ਨੂੰ। ਔਰ ਯਰੂਸ਼ਲਮ ਤੋਂ ਯਰੀਹੋ ਦਾ ਸਫ਼ਰ ਕਰੀਬਨ 17 ਤੋਂ 18 ਕਿਲੋਮੀਟਰ ਔਰ ਤਲਹਟੀ ਚਟਾਨਾਂ ਦੇ ਨਾਲ ਭਰਿਆ ਹੋਇਆ। ਔਰ ਉਹਨਾਂ ਦਿਨਾਂ ਦੇ ਵਿੱਚ ਹੋ ਸਕਦਾ ਵਾ ਕਿ ਬਹੁਤ ਸਾਰੇ ਟਾਪੂ, ਬਹੁਤ ਸਾਰੇ ਲੁਟੇਰੇ, ਬਹੁਤ ਸਾਰੇ ਚੋਰ ਉਹਨਾਂ ਗੁਫਾਵਾਂ ਦੇ ਵਿੱਚ, ਉਹਨਾਂ ਚਟਾਨਾਂ ਦੇ ਵਿੱਚ ਲੁਕ ਕੇ ਬੈਠੇ ਹੋਏ ਹੁੰਦੇ ਸਨ ਕਿ ਜੋ ਆਉਣ ਵਾਲੇ ਰਾਹਗੀਰਾਂ ਤੋਂ ਲੁੱਟਾਂ ਖੋਹਾਂ ਕਰਦੇ ਸਨ। ਹੋ ਸਕਦਾ ਕਿ ਇਹ ਦ੍ਰਿਸ਼ਟਾਂਤ ਸੱਚਾ ਹੋਵੇ, ਇਹ ਪਰਮੇਸ਼ਰ ਦਾ ਵਚਨ ਇੱਕ ਸੱਚਾਈ ਹੋਵੇ, ਕਿਉਂਕਿ ਉਹ ਰਸਤੇ ਬਹੁਤ ਹੀ ਜ਼ਿਆਦਾ ਤਲਹਟੀ ਚਟਾਨਾਂ ਦੇ ਨਾਲ ਭਰਿਆ ਹੋਇਆ ਸੀ ਔਰ ਚੋਰ ਤੇ ਡਾਕੂ ਉਸ ਚਟਾਨਾਂ ਦੇ ਵਿੱਚ ਲੁਕ ਕੇ ਬੈਠੇ ਹੁੰਦੇ ਸਨ ਕਿ ਆਉਣ ਵਾਲੇ ਰਾਹਗੀਰਾਂ ਦੇ ਕੋਲੋਂ ਲੁੱਟਾਂ ਖੋਹਾਂ ਕਰਨ। ਔਰ ਉਹਨਾਂ ਨੇ ਉਸ ਪਰਸਨ ਨੂੰ ਮਾਰਿਆ, ਕੁੱਟਿਆ, ਅਦਰ ਮੋਇਆ ਕਰ ਦਿੱਤਾ, ਨੰਗਾ ਕੀਤਾ, ਉਹਦਾ ਸਭ ਕੁਝ ਲੁੱਟ ਕੇ ਚਲੇ ਗਏ। ਕੁਝ ਵੀ ਸੀਗਾ ਫੋਰਐਵਰ ਉਹਦੇ ਕੋਲ, ਕੁਝ ਵੀ ਉਹਦੇ ਕੋਲ ਛੱਡਿਆ ਨਹੀਂ। ਪਰ ਯਿਸੂ ਮਸੀਹ ਨੇ ਇੱਕ ਸਵਾਲ ਪੁੱਛਿਆ, ਕਹਿੰਦੇ ਤਿੰਨਾਂ ਦੇ ਵਿੱਚੋਂ ਕਿਹੜਾ ਤੈਨੂੰ ਗਵਾਂਢੀ ਮਾਲੂਮ ਹੁੰਦਾ ਹੈ?
ਉਹਨਾਂ ਤਿੰਨਾਂ ਦੇ ਵਿੱਚੋਂ ਕੌਣ ਹੈ ਗਵਾਂਢੀ? ਕਿਉਂਕਿ ਉਹਨੇ ਲਿਖਿਆ ਕਹਿੰਦਾ ਕਿ ਸ਼ਹਿਰਾਂ ਦੇ ਵਿੱਚ ਮੈਂ ਪੜ੍ਹਦਾ ਇਹੀ ਪੜ੍ਹਦਾ ਕਿ ਪ੍ਰਭੂ ਨੂੰ, ਪਰਮੇਸ਼ਰ ਨੂੰ ਪਿਆਰ ਕਰ, ਆਪਣੀ ਸਾਰੀ ਬੁੱਧੀ ਨਾਲ, ਆਪਣੀ ਸਾਰੀ ਸ਼ਕਤੀ ਨਾਲ, ਆਪਣੀ ਸਾਰੀ ਜਾਨ ਦੇ ਨਾਲ। ਔਰ ਕਹਿੰਦਾ ਕਿ ਅਗਰ ਤੂੰ ਪਰਮੇਸ਼ਰ ਨੂੰ ਪਿਆਰ ਕਰਦਾ ਤਾਂ ਅੱਗੇ ਲਿਖਦਾ ਕਹਿੰਦਾ ਕਿ ਆਪਣੇ ਗਵਾਂਢੀ ਨੂੰ ਆਪਣੇ ਜਿਹਾ। ਫਿਰ ਯਿਸੂ ਮਸੀਹ ਨੇ ਉਹੀ ਗੱਲ ਪੁੱਛ ਲਈ, ਕਹਿੰਦਾ ਠੀਕ ਹੈ ਤੂੰ ਕਰਦਾ, ਠੀਕ ਹੈ, ਪਰ ਇਹ ਦੱਸ ਇਹਨਾਂ ਤਿੰਨਾਂ ਪਰਸਨਾਂ ਦੇ ਵਿੱਚੋਂ ਉਸ ਸਾਮਰੀ ਦਾ ਸਹੀ ਮਾਇਨੇ ਵਿੱਚ ਗਵਾਂਢੀ ਕੌਣ ਸੀ? ਔਰ ਉਹ ਪਰਸਨ ਜਿਹਨੇ ਕਹਿੰਦੇ ਕਿ ਉਸਤੇ ਦਇਆ ਕੀਤੀ, ਉਹਦੀ ਹੈਲਪ ਕੀਤੀ, ਜਿਹਨੇ ਉਹਨੂੰ ਸਮੱਸਿਆ ਦੇ ਵਿੱਚ ਛੱਡ ਕੇ ਉਹਦੀ ਸਮੱਸਿਆ ਨੂੰ ਇਗਨੋਰ ਨਹੀਂ ਕੀਤਾ, ਅਣਦੇਖਿਆ ਨਹੀਂ ਕੀਤਾ, ਉਹਨੂੰ ਪੀੜਾ ਦੇ ਵਿੱਚ ਛੱਡ ਕੇ ਅੱਗੇ ਨਹੀਂ ਚਲਾ ਗਿਆ। ਬੇਸ਼ੱਕ ਜਾਜਕ ਚਲੇ ਗਏ, ਬੇਸ਼ੱਕ ਉਹ ਲੇਵੀ ਵੀ ਸਾਈਡ ਤੇ ਹੋ ਕੇ ਚਲਾ ਗਿਆ, ਤਾਂ ਯਿਸੂ ਮਸੀਹ ਨੇ ਪੁੱਛਿਆ, ਕਿਉਂਕਿ ਅਗਰ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਹਾਂ ਮੇਰੇ ਜੀਜੋ, ਪਰਮੇਸ਼ਰ ਦਾ ਵਚਨ ਜਦੋਂ ਅਸੀਂ ਸ਼ਰਾਂ ਦੇ ਵਿੱਚ ਜਾਵਾਂਗੇ ਤਾਂ ਮੇਰੇ ਜੀਜੋ ਅਸੀਂ ਹਮੇਸ਼ਾ ਸਮੱਸਿਆਵਾਂ ਦੇ ਵਿੱਚ ਫਸ ਜਾਵਾਂਗੇ। ਜਦੋਂ ਤੁਸੀਂ ਮੇਰੇ ਨਾਲ ਖੋਲ੍ਹਣਾ ਪਰਮੇਸ਼ਰ ਦਾ ਵਚਨ ਗਲਾਤੀਆਂ ਉਹਦਾ 2 ਅਧਿਆਇ, ਉੱਥੇ ਪੌਲ ਕਲੀਅਰ ਲਿਖਦਾ, ਕਿਉਂਕਿ ਸ਼ਰਾਂ ਦੇ ਵਿੱਚ ਅਸੀਂ ਪਰਮੇਸ਼ਰ ਦੇ ਕੋਲੋਂ ਦੂਰ ਹੋ ਜਾਵਾਂਗੇ, ਪਰ ਪਰਮੇਸ਼ਰ ਜਿਹੜਾ ਤੁਹਾਨੂੰ ਮੈਨੂੰ ਬਲੈਸ ਕਰਦਾ। ਗਲਾਤੀਆਂ ਉਹਦਾ 2 ਅਧਿਆਇ ਜੋ ਤੁਸੀਂ ਮੇਰੇ ਨਾਲ 15 ਔਰ 16 ਵਚਨ ਪੜ੍ਹ ਕੇ ਦੇਖਦਾ, ਇੱਥੇ ਪੌਲ ਸਾਫ਼ ਲਿਖਦਾ, ਗਲਾਤੀਆਂ 2 ਦਾ 15 16 ਲਿਖਦਾ, ਕਹਿੰਦਾ ਕਿ ਅਸੀਂ ਜਨਮ ਕਰਕੇ ਯਹੂਦੀ ਹਾਂ ਅਤੇ ਪਰਾਈਆਂ ਕੌਮਾਂ ਵਿੱਚੋਂ ਪਾਪੀ ਨਹੀਂ, ਤਾਂ ਵੀ ਇਹ ਜਾਣ ਕੇ ਭਈ ਮਨੁੱਖ ਸ਼ਰਾਂ ਦੇ ਕੰਮਾਂ ਤੋਂ ਨਹੀਂ, ਸਗੋਂ ਨਿਰਾ ਯਿਸੂ ਮਸੀਹ ਉੱਤੇ ਨੇਚਾ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ। ਅਸਾਂ ਵੀ ਮਸੀਹ ਯਿਸੂ ਉੱਤੇ ਨੇਚਾ ਕੀਤੀ ਭਈ ਮਸੀਹ ਦੀ ਨੇਚਾ ਤੋਂ ਨਾ ਸ਼ਰਾਂ ਦੇ ਕੰਮਾਂ ਤੋਂ ਧਰਮੀ ਠਹਿਰਾਏ ਜਾਈਏ, ਕਿਉਂਕਿ ਕੋਈ ਬਸ਼ਰ ਸ਼ਰਾਂ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ। ਔਰ ਇੱਥੇ ਸਾਫ਼ ਲਿਖਦਾ, ਪ੍ਰਭੂ ਨੇ ਲਿਖਿਆ, ਕਹਿੰਦਾ ਕਿ ਤੂੰ ਤੁਰੇਤ ਵਿੱਚ ਕੀ ਪੜ੍ਹਦਾ ਹੈ? ਉਹ ਕਹਿੰਦਾ ਮੈਂ ਇਹੀ ਪੜ੍ਹਦਾ ਕਿ ਆਪਣੇ ਪ੍ਰਭੂ ਪਰਮੇਸ਼ਰ ਨੂੰ ਆਪਣੀ ਸਾਰੇ ਬਾਣ ਨਾਲ, ਸ਼ਕਤੀ ਨਾਲ ਔਰ ਆਪਣੀ ਸਾਰੀ ਜਾਨ ਨਾਲ ਪਿਆਰ ਕਰ, ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਪਰ ਅਗਰ ਅਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹਾਂ ਤਾਂ ਅੱਗੇ ਵੀ ਰਿਸਪੌਂਸਿਬਿਲਟੀਆਂ, ਅੱਗੇ ਵੀ ਜ਼ਿੰਮੇਵਾਰੀਆਂ ਤੁਹਾਡੀਆਂ ਤੇ ਮੇਰੀਆਂ ਬਣਦੀਆਂ, ਕਿਉਂਕਿ ਸਿਵਾਏ ਯਿਸੂ ਮਸੀਹ ਤੋਂ ਕੋਈ ਵੀ ਪਰਸਨ ਪੂਰੀ ਰੀਤੀ ਦੇ ਨਾਲ ਸ਼ਰਾਂ ਦੇ ਮੁਤਾਬਿਕ ਨਹੀਂ ਚੱਲ ਪਾਏਗਾ। ਅਗਰ ਅਸੀਂ ਸ਼ਰਾਂ ਤੇ ਧਿਆਨ ਦੇਵਾਂਗੇ ਤਾਂ ਅਸੀਂ ਹੋਰ ਜ਼ਿਆਦਾ ਪਰਮੇਸ਼ਰ ਤੋਂ ਦੂਰ ਹੁੰਦੇ ਜਾਵਾਂਗੇ। ਇੱਥੇ ਕਲੀਅਰ ਕਰਦਾ ਪੌਲ, ਕਹਿੰਦਾ ਕਿ ਕੋਈ ਵੀ ਪਰਸਨ ਸ਼ਰਾਂ ਦੇ ਕੰਮਾਂ ਤੋਂ ਨਹੀਂ ਕਹਿੰਦਾ, ਯਿਸੂ ਮਸੀਹ ਤੇ ਵਿਸ਼ਵਾਸ ਕਰਨ ਨਾਲ ਕਹਿੰਦਾ ਧਰਮੀ ਠਹਿਰਾਇਆ ਜਾਂਦਾ। ਉਹ ਪਰਸਨ ਸ਼ਰਾਂ ਦੀ ਪਾਲਣਾ ਕਰਦੇ ਪਏ ਆ, ਉਹ ਜਾਜਕ ਸ਼ਰਾਂ ਦੀ ਪਾਲਣਾ ਕਰ ਰਹੇ ਆ, ਉਹ ਲੇਵੀ ਸ਼ਰਾਂ ਦੀ ਪਾਲਣਾ ਕਰ ਰਹੇ ਆ, ਪਰ ਉਹ ਧਰਮੀ ਨਹੀਂ ਠਹਿਰਾਏ ਗਏ। ਕਿਉਂ? ਕਿਉਂਕਿ ਉਹਨਾਂ ਨੇ ਹੈਲਪ ਹੀ ਨਹੀਂ ਕੀਤੀ। ਅੱਜ ਤੁਸੀਂ ਤੇ ਮੈਂ ਅਗਰ ਬਚਾਏ ਜਾਣਾ ਆ ਤਾਂ ਯਿਸੂ ਮਸੀਹ ਉੱਤੇ ਬਲੀਵ ਕਰਕੇ, ਯਿਸੂ ਮਸੀਹ ਉੱਤੇ ਵਿਸ਼ਵਾਸ ਕਰਕੇ ਬਚਾਏ ਜਾਣਾ। ਮੇਰੇ ਜੀਜੋ, ਜਦੋਂ ਅਸੀਂ 3:10 ਵੀ ਪੜ੍ਹਦੇ ਹਾਂ, ਉੱਥੇ ਸਾਫ਼ ਲਿਖਿਆ ਗਲਾਤੀਆਂ 3:10, ਕਿਉਂਕਿ ਲਿਖਦਾ ਕਹਿੰਦਾ ਕਿਉਂਕਿ ਜਿੰਨੇ ਸ਼ਰਾਂ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਉਹ ਸ਼ਰਾਫ ਦੇ ਹੇਠਾਂ ਹਨ, ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸ਼ਰਾਫਤ ਹੋਵੇ ਹਰੇਕ ਜਿਹੜਾ ਉਹਨਾਂ ਸਭਨਾਂ ਗੱਲਾਂ ਦੇ ਕਰਨ ਵਿੱਚ ਜਿਹੜਾ ਪੁਸਤਕ ਦੇ ਵਿੱਚ ਲਿਖੀਆਂ ਹਨ ਲੱਗਾ ਨਹੀਂ ਰਹਿੰਦਾ। ਔਰ ਅੱਗੇ ਲਿਖਦਾ, ਹੁਣ ਇਹ ਗੱਲ ਪ੍ਰਗਟ ਹੈ ਕਿ ਪਰਮੇਸ਼ਰ ਦੇ ਅੱਗੇ ਸ਼ਰਾਂ ਤੋਂ ਧਰਮੀ ਕੋਈ ਨਹੀਂ ਠਹਿਰਦਾ, ਇਸ ਲਈ ਜੋ ਧਰਮੀ ਨਿਸ਼ਚਾ ਤੋਂ ਜਿਉਂਦਾ ਰਹੇਗਾ। ਹੁਣ ਤੁਹਾਡੇ ਮੇਰੇ ਲਈ ਸ਼ਰਾਂ ਕੋਈ ਮਾਇਨਾ ਨਹੀਂ ਰੱਖਦੀ ਸਹੀ ਮਾਇਨੇ ਦੇ ਵਿੱਚ, ਕਿਉਂਕਿ ਯਿਸੂ ਮਸੀਹ ਤੁਹਾਡੇ ਮੇਰੇ ਲਈ ਸੈਕਰੀਫਾਈਸ, ਯਿਸੂ ਮਸੀਹ ਤੁਹਾਡੇ ਮੇਰੇ ਲਈ ਬਲੀਦਾਨ ਹੋ ਗਿਆ। ਹੁਣ ਉਹੀ ਕੰਮ ਦੁਆਰਾ ਅਸੀਂ ਕਰੀ ਜਾਈਏ, ਸ਼ਰਾਂ ਦੇ ਵਿੱਚ ਜਾਈਏ, ਪਾਪ ਕਰੀ ਜਾਈਏ, ਮੁੜ ਕਹੀਏ ਬਲੀਆਂ ਚੜਾਈ ਜਾਈਏ, ਮੁੜ ਕੇ ਅਸੀਂ ਪ੍ਰਭੂ ਦੇ ਕੋਲ ਤੌਬਾ ਕਰੀ ਜਾਈਏ। ਨੈਵਰ ਮੇਰੇ ਜੀਜੋ, ਹੁਣ ਉਹ ਕੰਮ ਨਹੀਂ ਰਹਿ ਗਿਆ ਤੁਹਾਡੀ ਮੇਰੀ ਲਾਈਫ ਦੇ ਵਿੱਚ, ਕਿਉਂਕਿ ਇੱਥੇ ਲਿਖਦਾ ਕਿ ਕਹਿੰਦਾ ਕੋਈ ਵੀ ਬੰਦਾ ਕਹਿੰਦਾ ਸ਼ਰਾਂ ਤੋਂ ਧਰਮੀ ਨਹੀਂ ਠਹਿਰਦਾ, ਧਰਮੀ ਠਹਿਰੇਗਾ ਉਹ ਯਿਸੂ ਮਸੀਹ ਤੇ ਬਿਲੀਵ ਕਰਕੇ ਧਰਮੀ ਠਹਿਰੇਗਾ, ਯਿਸੂ ਮਸੀਹ ਤੇ ਵਿਸ਼ਵਾਸ ਕਰਕੇ। ਜਦੋਂ ਅਸੀਂ ਜੈਕਬ ਉਹਦਾ 2 ਅਧਿਆਏ ਮੇਰੇ ਨਾਲ ਖੋਲ੍ਹਣਾ, ਪਰਮੇਸ਼ਰ ਦੀ ਪੱਤਰੀ ਯਾਕੂਬ ਉਹਦਾ 2 ਅਧਿਆਏ ਉਹਦੇ 10 ਦੇ ਵਿੱਚ ਲਿਖਦਾ, ਕਹਿੰਦਾ ਜੋ ਕੋਈ
ਸਾਰੀ ਸ਼ਰ੍ਹਾ ਦੀ ਪਾਲਣਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ, ਉਹ ਸਭਨਾ ਵਿੱਚ ਦੋਸ਼ੀ ਹੋਇਆ। ਕਹਿੰਦਾ ਕਿ ਬੇਸ਼ੱਕ ਕੋਈ ਪਰਸਨ ਸਾਰੀ ਸ਼ਰ੍ਹਾ ਦੀ ਪਾਲਣਾ ਕਰੇ, ਪਰ ਕਹਿੰਦਾ ਇੱਕ ਦੇ ਵਿੱਚੋਂ ਅਗਰ ਦੋਸ਼ੀ ਹੋਇਆ, ਇੱਕ ਦੇ ਵਿੱਚੋਂ ਅਗਰ ਮਿਸਟੇਕ ਹੋਈ, ਅਗਰ ਕਹਿੰਦਾ ਇੱਕ ਦਾ ਵਿਰੋਧ ਕੀਤਾ, ਅਗਰ ਇੱਕ ਨੂੰ ਵੀ ਤੋੜਤਾ, ਇਹਦਾ ਮਤਲਬ ਪਿਛਲੇ ਕੀਤੇ ਸਾਰੇ ਕੰਮ ਕਹਿੰਦਾ ਉਹਦੇ ਵੇਸਟ ਹੋ ਗਏ। ਔਰ ਇੱਥੇ ਵੀ ਲਿਖਦਾ ਕਹਿੰਦਾ ਵੀ ਕੋਈ ਵੀ ਪਰਸਨ ਸ਼ਰ੍ਹਾ ਤੋਂ ਨਹੀਂ, ਯਿਸੂ ਮਸੀਹ ਉੱਤੇ ਬਿਲੀਵ ਕਰਕੇ, ਯਿਸੂ ਮਸੀਹ ਉੱਤੇ ਵਿਸ਼ਵਾਸ ਕਰਕੇ ਹੀ ਧਰਮੀ ਠਹਿਰ ਸਕਦਾ ਹੈ। ਕਿਉਂਕਿ ਯਿਸੂ ਮਸੀਹ ਤੁਹਾਨੂੰ ਤੇ ਮੈਨੂੰ ਧਰਮੀ ਬਣਾਉਣ ਦੇ ਲਈ ਆਇਆ। ਯਿਸੂ ਮਸੀਹ ਤੁਹਾਨੂੰ ਤੇ ਮੈਨੂੰ ਬਲੈਸ ਕਰਨ ਦੇ ਲਈ ਆਇਆ, ਕਿਉਂਕਿ ਉਹਦਾ ਕੰਮ ਤੁਹਾਨੂੰ ਤੇ ਮੈਨੂੰ ਬਲੈਸ ਕਰਨਾ। ਇੱਕ ਦ੍ਰਿਸ਼ਟਾਂਤ ਯਿਸੂ ਨੇ ਦਿੱਤਾ ਉਹਨਾਂ ਨੂੰ, ਉਸ ਪਰਸਨ ਦੇ ਬਾਰੇ ਬੜੀ ਅੱਛੀ ਰੀਤੀ ਨਾਲ ਪਰਮੇਸ਼ਰ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਇੱਥੇ ਸ਼ਰ੍ਹਾ ਨੇ ਕੀ ਕੀਤਾ ਔਰ ਪਰਮੇਸ਼ਰ ਦੀ ਆਸ਼ੀਸ਼ ਨੇ ਉੱਥੇ ਕਿਹੜਾ ਕੰਮ ਕੀਤਾ। ਕਹਿੰਦਾ ਕੋਈ ਪਰਸਨ ਸ਼ਰ੍ਹਾ ਤੋਂ ਨਹੀਂ, ਯਿਸੂ ਮਸੀਹ ਤੇ ਵਿਸ਼ਵਾਸ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ। ਕਿਉਂਕਿ ਯਿਸੂ ਮਸੀਹ ਤੁਹਾਨੂੰ ਤੇ ਮੈਨੂੰ ਧਰਮੀ ਠਹਿਰਾਉਣ ਦੇ ਲਈ ਆਇਆ। ਉਹ ਸ਼ਰ੍ਹਾ ਦੇ ਪਾਪ ਨੂੰ, ਸ਼ਰ੍ਹਾ ਦੀ ਗੁਲਾਮੀ ਨੂੰ ਪਰਮੇਸ਼ਰ ਨੇ ਤੁਹਾਡੇ ਤੇ ਮੇਰੇ ਜੀਵਨ ਦੇ ਵਿੱਚ ਤੋੜ ਦਿੱਤਾ, ਆਪਣੇ ਆਪ ਨੂੰ ਸੈਕਰੀਫਾਈ ਕੀਤਾ। ਉਹ ਲੇਲਾ ਬਣ ਕੇ ਕੁਰਬਾਨ ਹੋਇਆ ਕਿ ਅਸੀਂ ਹੁਣ ਸ਼ਰ੍ਹਾ ਤੋਂ ਨਹੀਂ, ਅਸੀਂ ਪਰਮੇਸ਼ਰ ਯਿਸੂ ਮਸੀਹ ਤੇ ਬਿਲੀਵ ਕਰਕੇ ਉਹਦੇ ਬੇਟੀਆਂ, ਉਹਦੇ ਬੇਟੇ ਬਣ ਕੇ ਹੀ ਅਸੀਂ ਧਰਮੀ ਠਹਿਰਾਏ ਜਾ ਸਕਦੇ ਹਾਂ। ਮੇਰੇ ਅਜ਼ੀਜ਼ੋ, ਔਰ ਯਿਸੂ ਨੇ ਪੁੱਛਿਆ ਉਹਨਾਂ ਨੂੰ, ਸਿਰਫ ਸ਼ਰ੍ਹਾ ਦੀ ਪਾਲਣਾ ਕਰਕੇ ਹੀ ਅਸੀਂ ਧਰਮੀ ਨਹੀਂ ਬਣ ਸਕਦੇ, ਸ਼ਰ੍ਹਾ ਹੀ ਪਾਲਣਾ ਕਰਕੇ ਅਸੀਂ ਬਚਾਈ ਨਹੀਂ ਜਾ ਸਕਦੇ। ਯਿਸੂ ਦੇ ਉੱਤੇ ਵਿਸ਼ਵਾਸ ਕਰਕੇ, ਯਿਸੂ ਦੇ ਉੱਤੇ ਬਿਲੀਵ ਕਰਕੇ, ਯਿਸੂ ਨੂੰ ਆਪਣੀ ਜ਼ਿੰਦਗੀ ਦਾ ਮੁਕਤੀ ਦਾਤਾ ਕਬੂਲ ਕਰਕੇ ਹੀ ਤੁਸੀਂ ਤੇ ਮੈਂ ਬਚਾਏ ਜਾ ਸਕਦੇ। ਇੱਥੇ ਯਿਸੂ ਮਸੀਹ ਨੇ ਉਸ ਗੱਲ ਨੂੰ ਸਮਝਾਇਆ। ਉਹ ਜਾਜਕ ਜਿਹੜੇ ਬੇਸ਼ੱਕ ਸ਼ਰ੍ਹਾ ਦੀ ਪਾਲਣਾ ਕਰਦੇ ਹੋਣਗੇ, ਲੇਵੀ ਸ਼ਰ੍ਹਾ ਦੀ ਪਾਲਣਾ ਕਰਦੇ ਹੋਣਗੇ, ਪਰ ਉਹਨਾਂ ਨੇ ਇੱਥੇ ਪ੍ਰੈਕਟੀਕਲ ਕਰਕੇ ਨਹੀਂ ਦਿਖਾਇਆ ਕਿ ਉਹਨਾਂ ਦੇ ਜੀਵਨ ਦੇ ਵਿੱਚ ਉਹ ਸ਼ਰ੍ਹਾ ਪਰਮੇਸ਼ਰ ਦਾ ਵਚਨ ਕੰਮ ਕਰਦਾ ਹੈ। ਕਿਉਂਕਿ ਅਗਰ ਉਹਨੇ ਕਿਹਾ ਕਿ ਮੈਂ ਇਹ ਸਭ ਕੁਝ ਕਰਦਾ ਆ, ਪਰਮੇਸ਼ਰ ਦੇ ਵਚਨ ਨੂੰ ਪੜ੍ਹਦਾ ਆ ਔਰ ਇਹ ਕਹਿੰਦਾ ਜੀਵਨ 'ਚ ਮੇਰੀ ਚੀਜ਼ਾਂ ਹੈਗੀਆਂ, ਤਾਂ ਯਿਸੂ ਨੇ ਕਿਹਾ ਫਿਰ ਅਗਰ ਹੈਗੀਆਂ ਫਿਰ ਜਾਜਕ ਪਾਸਾ ਵੱਟ ਕੇ ਕਿਉਂ ਚਲਾ ਗਿਆ, ਲੇਵੀ ਪਾਸਾ ਵੱਟ ਕੇ ਕਿਉਂ ਚਲਾ ਗਿਆ, ਸਾਮਰੀ ਨੇ ਦਇਆ ਕਿਉਂ ਕੀਤੀ। ਬੇਸ਼ੱਕ ਸਾਮਰੀਆਂ ਦੇ ਨਾਲ ਪਰਮੇਸ਼ਰ ਦੇ ਲੋਕ ਕੋਈ ਵਾਸਤਾ ਨਹੀਂ ਸੀ ਰੱਖਦੇ, ਪਰ ਫਿਰ ਵੀ ਇਸਤੇਮਾਲ ਇਸ ਜਗ੍ਹਾ ਤੇ ਕੌਣ ਹੋਇਆ, ਉਹ ਸਾਮਰੀ ਪਰਸਨ ਜਿਹਨਾਂ ਤੋਂ ਸ਼ਾਇਦ ਲੋਕ ਘਿਰਨਾ ਕਰਦੇ ਹੋਣਗੇ, ਜਿਹਨਾਂ ਨਾਲ ਕੋਈ ਤਾਲਮੇਲ ਨਹੀਂ, ਜਿਹਨਾਂ ਦੇ ਨਾਲ ਕੋਈ ਬੋਲਬਾਣੀ ਨਹੀਂ, ਜਿਹਨਾਂ ਦੇ ਨਾਲ ਕੋਈ ਰਿਲੇਸ਼ਨ ਨਹੀਂ, ਕੋਈ ਫੈਲੋਸ਼ਿਪ ਨਹੀਂ, ਉਸੇ ਸਾਮਰੀ ਨੇ ਦਇਆ ਕਰਕੇ ਦਿਖਾ ਲਈ। ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜਾਜਕਾਂ ਦੇ ਦੁਆਰਾ ਹੀ ਜੀਵਨ 'ਚ ਬਲੈਸਿੰਗ ਆਵੇ, ਲੇਵੀਆਂ ਦੁਆਰਾ ਹੀ ਬਲੈਸਿੰਗ ਆਵੇ। ਬਲੈਸਿੰਗ ਪਰਮੇਸ਼ਰ ਕਿਸੇ ਦੁਆਰਾ ਵੀ ਤੁਹਾਡੀ ਲਾਈਫ ਦੇ ਵਿੱਚ ਲੈ ਕੇ ਆ ਸਕਦਾ। ਪਰਮੇਸ਼ਰ ਦਾ ਪਿਆਰ ਤੁਹਾਡੇ ਜੀਵਨ 'ਚ ਕਿਸੇ ਦੁਆਰਾ ਵੀ ਆ ਸਕਦਾ ਵਾ। ਅਗਰ ਜਾਜਕਾਂ ਦੇ ਵਿੱਚ ਉਸ ਸਮੇਂ ਜਾਜਕ 'ਚ ਪਿਆਰ ਹੁੰਦਾ ਤਾਂ ਉਹ ਉਸ ਦੀ ਹੈਲਪ ਕਰਦਾ, ਅਗਰ ਲੇਵੀ ਦੇ ਵਿੱਚ ਹੁੰਦਾ। ਬਹੁਤਾ ਵੱਡਾ ਨਹੀਂ ਹੈ ਮੇਰੇ ਜਿਸੂ, ਵੱਡਾ ਹੈ ਪਰਮੇਸ਼ਰ ਦਾ ਵਚਨ ਜਿਹਨੂੰ ਅਸੀਂ ਪਾਲਣਾ ਕਰਦੇ। ਅਗਰ ਅਸੀਂ ਪਾਲਣਾ ਕਰਦੇ ਹਾਂ ਪਰਮੇਸ਼ਰ ਦਾ ਵਚਨ, ਫਿਰ ਸਾਡੇ ਜੀਵਨ ਦੇ ਵਿੱਚ ਸਾਨੂੰ ਬਲੈਸਿੰਗ ਲੈ ਕੇ ਆਉਂਦਾ। ਅਗਰ ਅਸੀਂ ਪਾਲਣਾ ਹੀ ਨਹੀਂ ਕਰਦੇ, ਸਿਰਫ ਪੜ੍ਹਦੇ ਹੀ ਹਾਂ, ਸਿਰਫ ਸਿਖਾਈ ਜਾਂਦੇ ਹਾਂ ਵੀ ਇੱਦਾਂ ਕਰੋ, ਇੱਦਾਂ ਕਰੋ, ਤੇ ਕਰਨਾ ਅਸੀਂ ਕੁਛ ਨਹੀਂ, ਤਾਂ ਅਸੀਂ ਰੋਂਗ ਹਾਂ। ਦੂਸਰਿਆਂ ਨੂੰ ਉਪਦੇਸ਼ ਦੇਣਾ ਤੁਹਾਡੇ ਮੇਰੇ ਲਈ ਬਹੁਤ ਸੌਖਾ ਆ ਵੀ ਇਸ ਤਰ੍ਹਾਂ ਕਰੋ, ਇਸ ਤਰੀਕੇ ਨਾਲ ਕਰੋ, ਪਰ ਜਦੋਂ ਉਸ ਚੀਜ਼ ਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਹੋਵੇ ਉਹ ਤੁਹਾਡੇ ਮੇਰੇ ਲਈ ਵੀ ਔਖਾ ਹੋ ਜਾਂਦਾ। ਉਹ ਤੁਹਾਡੇ ਮੇਰੇ ਲਈ ਫਿਰ ਇੱਕ ਪ੍ਰੋਬਲਮ ਹੋ ਜਾਂਦੀ ਵੀ ਉਹਨੂੰ ਅਸੀਂ ਕਿੱਦਾਂ ਲਾਗੂ ਕਰੀਏ। ਬੋਲ ਤਾਂ ਦਿੱਤਾ ਵਾ, ਕਹਿ ਤਾਂ ਦਿੱਤਾ ਵਾ, ਕਰਨ ਨੂੰ ਤਾਂ ਕਹਿਤਾ, ਪਰ ਆਪ ਨਹੀਂ ਅਸੀਂ ਕਰਦੇ। ਪਰ ਸਾਨੂੰ ਵੀ ਪਰਮੇਸ਼ਰ ਦਾ ਪਿਆਰ ਇੱਕ ਦੂਸਰੇ ਦੇ ਪ੍ਰਤੀ ਵਿਖਾਉਣਾ ਚਾਹੀਦਾ। ਬਹੁਤੀ ਵਾਰੀ ਤੁਹਾਡਾ ਵਿਸ਼ਵਾਸ ਤੁਹਾਡੇ ਪਿਆਰ ਨੂੰ ਦਰਸਾਉਂਦਾ ਕਿ ਤੁਹਾਡੇ ਵਿੱਚ ਕਿੰਨਾ ਆ। ਤੁਹਾਡਾ ਪਿਆਰ ਜੋ ਦੂਸਰੇ ਦੀ ਹੈਲਪ ਦੇ ਲਈ ਹੁੰਦਾ ਵਾ, ਦੂਸਰੇ ਦੀ ਮਦਦ ਦੇ ਲਈ ਹੁੰਦਾ ਵਾ ਮੇਰੇ ਜੀਜੋ, ਉਹ ਪਿਆਰ ਤੁਹਾਡੀ ਮੇਰੀ ਲਾਈਫ ਦੇ ਵਿੱਚੋਂ ਦੂਸਰਿਆਂ ਨੂੰ ਵਿਖਣਾ ਚਾਹੀਦਾ ਮੇਰੇ ਜੀਜੋ। ਜਦੋਂ ਅਸੀਂ ਪਰਮੇਸ਼ਰ ਦੇ ਵਚਨ ਪੜ੍ਹ ਕੇ ਦੇਖਦੇ ਹਾਂ, ਪਹਿਲਾਂ ਯੂਹੰਨਾ 3 ਅਧਿਆਏ ਮੇਰੇ ਨਾਲ ਖੋਲ੍ਹਣਾ, ਪਰਮੇਸ਼ਰ ਦਾ ਵਚਨ ਪਹਿਲਾਂ ਯੂਹੰਨਾ 3 ਅਧਿਆਏ ਉਹਦੇ 16 ਤੋਂ 20 ਤੱਕ ਜਦੋਂ ਅਸੀਂ ਪੜ੍ਹਦੇ ਹਾਂ ਤੇ ਯੂਹੰਨਾ ਵੀ ਮੇਰੇ ਜੀਜੋ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਤੁਹਾਨੂੰ ਤੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਪਹਿਲਾਂ ਯੂਹੰਨਾ 3 ਅਧਿਆਏ ਉਹਦੇ 16 ਤੋਂ 20 ਤੱਕ ਅਸੀਂ ਪੜ੍ਹ ਕੇ ਦੇਖਣਾ ਮੇਰੇ ਜੀਜੋ। ਇੱਥੇ ਸਾਫ਼ ਲਿਖਦਾ, ਇਸ ਤੋਂ ਕਹਿੰਦਾ ਕਿ ਅਸਾਂ ਪ੍ਰੇਮ ਨੂੰ ਚਾਹਤਾ ਤਾਂ ਉਸਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ, ਅਤੇ ਚਾਹੀਦਾ ਹੈ ਜੋ ਅਸੀਂ ਭਰਾਵਾਂ ਨਾਲ ਆਪਣੀਆਂ
ਜੋ ਅਸੀਂ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ। ਪਰ ਜਿਸ ਕਿਸੇ ਕੋਲ ਸੰਸਾਰ ਦੇ ਪਦਾਰਥ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਉਸ ਉੱਤੇ ਤਰਸ ਨਾ ਖਾਵੇ, ਤਾਂ ਉਸ ਦੇ ਵਿੱਚ ਪਰਮੇਸ਼ਵਰ ਦਾ ਪ੍ਰੇਮ ਕਿਵੇਂ ਰਹਿੰਦਾ ਹੈ? ਹੇ ਬੱਚਿਓ, ਅਸੀਂ ਗੱਲੀ ਅਤੇ ਜਵਾਨੀ ਨਹੀਂ, ਸਗੋਂ ਕਰਨੀ ਅਤੇ ਸੱਚਾਈ ਤੋਂ ਪ੍ਰੇਮ ਕਰੀਏ। ਹਾਲੇਲੂਇਆ। ਇੱਥੇ ਲਿਖਦਾ ਕਿ ਜੇ ਕਿਸੇ ਦੇ ਕੋਲ ਕਹਿੰਦਾ ਕਿਸੇ ਨੂੰ ਦੇਣ ਦੇ ਲਈ ਕੋਈ ਪਦਾਰਥ ਹੋਣ, ਪਰ ਉਹ ਕਹਿੰਦਾ ਦੇਵੇ ਨਾ, ਤਾਂ ਅਸੀਂ ਕਹਿੰਦਾ ਸਮਝ ਕਿੱਦਾਂ ਸਕਦੇ, ਅਸੀਂ ਕਹਿੰਦਾ ਕਿੱਦਾਂ ਮਹਿਸੂਸ ਕਰ ਸਕਦੇ, ਅਸੀਂ ਕਹਿੰਦਾ ਕਿੱਦਾਂ ਫੀਲ ਕਰ ਸਕਦੇ ਹਾਂ ਕਿ ਉਹਦੇ ਵਿੱਚ ਪਰਮੇਸ਼ਵਰ ਦਾ ਪ੍ਰੇਮ ਆ, ਉਹਦੇ ਵਿੱਚ ਪਰਮੇਸ਼ਵਰ ਦੀ ਬਲੈਸਿੰਗ ਆ। ਔਰ ਕਹਿੰਦਾ ਕਿ ਅਸੀਂ ਕੱਲੀ ਜ਼ਬਾਨੀ ਨਹੀਂ, ਸਗੋਂ ਕਰਨੀ ਅਤੇ ਸੱਚਾਈ ਤੋਂ ਪ੍ਰੇਮ ਕਰੀਏ। ਔਰ ਕਹਿੰਦਾ ਇਸ ਤੋਂ ਅਸੀਂ ਜਾਣਾਂਗੇ ਜੋ ਅਸੀਂ ਸੱਤ ਤੋਂ ਹਾਂ, ਅਤੇ ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ, ਉਸ ਵਿੱਚ ਆਪਣੇ ਮਨ ਨੂੰ ਉਸ ਦੇ ਅੱਗੇ ਪੱਕਾ ਕਰਾਂਗੇ। ਇਸ ਲਈ ਜੋ ਪਰਮੇਸ਼ਵਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀ ਜਾਣ ਹੈ। ਦੁਨਿਆਵੀ ਤੌਰ ਤੇ ਜਿੰਨਾ ਮਰਜ਼ੀ ਕਹੀਏ ਅਸੀਂ ਬਹੁਤ ਪ੍ਰੇਰ ਕਰਦੇ ਹਾਂ, ਬਹੁਤ ਵਚਨ ਪੜ੍ਹਦੇ ਹਾਂ, ਬਹੁਤ ਫੈਲੋਸ਼ਿਪ ਕਰਦੇ ਹਾਂ, ਬਹੁਤ ਵਧੀਆ ਵਰਸ਼ਿਪ ਕਰਦੇ ਹਾਂ, ਤੇ ਜਦੋਂ ਸਪਿਰਿਚੁਅਲ ਲਾਈਫ ਦੇਖਣੀ ਹੋਵੇ, ਜਦੋਂ ਪ੍ਰੈਕਟੀਕਲ ਦੇਖਣਾ ਹੋਵੇ, ਜਦੋਂ ਉਹਦਾ ਸੁਭਾਅ ਪਤਾ ਕਰਨਾ ਹੋਵੇ, ਤਾਂ ਮੇਰੇ ਜੀ ਜੋ ਕੰਮਾਂ ਦੇ ਰਾਹੀਂ ਵੀ ਕਈ ਵਾਰੀ ਪ੍ਰਗਟ ਹੁੰਦਾ। ਸਿਰਫ ਬੋਲਣਾ ਹੀ ਬਹੁਤ ਨਹੀਂ ਆ ਕਿ ਹਾਂ ਹਾਂ ਅਸੀਂ ਕਰਦੇ ਹਾਂ, ਕਰਕੇ ਵੀ ਦਿਖਾਣੇ ਪੈਂਦਾ। ਪਰ ਇੱਥੇ ਯੋਹੰਨਾ ਦੇ ਵਿੱਚ ਵੀ ਕਹਿੰਦਾ ਗੱਲੀ ਜ਼ਬਾਨੀ ਪ੍ਰੇਮ ਨਹੀਂ ਹੁੰਦਾ। ਕਈ ਵਾਰ ਕਹਿੰਦਾ ਸਾਨੂੰ ਕਹਿੰਦਾ ਸ਼ੋਅ ਕਰਨੀ ਪੈਂਦਾ, ਕਹਿੰਦਾ ਜਿੱਦਾਂ ਪ੍ਰੇਮ ਪਰਮੇਸ਼ਵਰ ਨੇ ਸ਼ੋਅ ਕੀਤਾ, ਪਰਮੇਸ਼ਵਰ ਨੇ ਵਿਖਾ ਲਿਆ, ਜਿਹਦੇ ਪ੍ਰੇਮ ਦਾ ਸਭ ਤੋਂ ਵੱਡਾ ਸਬੂਤ ਅਸੀਂ ਵੇਖ ਸਕਦੇ ਹਾਂ ਯੋਹੰਨਾ 3:16 ਕਿ ਪਰਮੇਸ਼ਵਰ ਨੇ ਜਗਤ ਨੂੰ ਪ੍ਰੇਮ ਕੀਤਾ। ਰੋਮੀਆਂ 5:8 ਦੇ ਵਿੱਚ ਕਹਿੰਦਾ ਕਿ ਪਰਮੇਸ਼ਵਰ ਆਪਣਾ ਪ੍ਰੇਮ ਇਸ ਤਰ੍ਹਾਂ ਸਾਡੇ ਉੱਤੇ ਪ੍ਰਗਟ ਕਰਦਾ ਹੈ ਕਿ ਅਸੀਂ ਹਜੇ ਪਾਪੀ ਹੀ ਸੀ ਤਾਂ ਮਸੀਹ ਸਾਡੇ ਲਈ ਮੋਇਆ। ਉਹ ਕਹਿੰਦਾ ਕਿ ਪਰਮੇਸ਼ਵਰ ਨੇ ਤੁਹਾਡੇ ਲਈ ਤੇ ਮੇਰੇ ਲਈ ਜਾਨ ਦਿੱਤੀ ਆ, ਔਰ ਅਸੀਂ ਕਹਿੰਦਾ ਆਪਣੇ ਭਰਾਵਾਂ ਦੀ ਲੋੜਵੰਦ ਦੇ ਵਿੱਚ ਕਹਿੰਦਾ ਉਹਦੀ ਹੈਲਪ ਹੀ ਨਹੀਂ ਕਰਦੇ, ਤਾਂ ਕਹਿੰਦਾ ਅਸੀਂ ਕਿੱਦਾਂ ਕਹਿ ਸਕਦੇ ਕਿ ਸਾਡੇ ਵਿੱਚ ਪਰਮੇਸ਼ਵਰ ਦਾ ਪ੍ਰੇਮ ਹੈ, ਸਾਡੇ ਵਿੱਚ ਪਰਮੇਸ਼ਵਰ ਦੀ ਬਰਕਤ ਹੈ। ਕਹਿੰਦਾ ਅਸੀਂ ਖੱਲੀ ਜ਼ਬਾਨੀ ਨਹੀਂ, ਕਰਨੀਆਂ ਦੇ ਵਿੱਚ ਕਹਿੰਦਾ। ਔਰ ਕਹਿੰਦਾ ਪਰਮੇਸ਼ਵਰ ਸਾਡੇ ਮਨਾਂ ਦੇ ਹਿਰਦਿਆਂ ਨੂੰ, ਗੁਰਦਿਆਂ ਨੂੰ ਕਹਿੰਦਾ ਜਾਣਦਾ, ਕਹਿੰਦਾ ਜਾਣੀ ਜਾਣਦਾ। ਪਰਮੇਸ਼ਵਰ ਜਾਣਦਾ ਕਿ ਤੁਹਾਡਾ ਪ੍ਰੇਮ ਤੁਹਾਡੇ ਗੁਆਂਢੀ ਦੇ ਲਈ ਕਿੰਨਾ ਹੈ, ਜਾਂ ਤੁਹਾਡੇ ਗੁਆਂਢੀ ਦੇ ਜੀਵਨ ਦੇ ਵਿੱਚ ਤੁਹਾਡੇ ਪ੍ਰਤੀ ਪ੍ਰੇਮ ਕਿੰਨਾ ਹੈ। ਇਸ ਨੂੰ ਅਸੀਂ ਪੈਦਾ ਕਰਨਾ, ਇਸ ਨੂੰ ਅਸੀਂ ਉਤਸ਼ਾਹਿਤ ਕਰਨਾ। ਤੁਹਾਡਾ ਰਿਲੇਸ਼ਨ ਤੁਹਾਡੇ ਗੁਆਂਢੀ ਨਾਲ ਕਿੱਦਾਂ ਹੈ? ਬਾਣੀ 'ਚ ਸਾਫ਼ ਲਿਖਦਾ, ਕਹਿੰਦਾ ਕਿ ਦੂਰ ਦੇ ਭਰਾ ਦੇ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ। ਦੂਰ ਦੇ ਭਰਾ ਦੇ ਨਾਲੋਂ ਕਹਿੰਦਾ ਨੇੜੇ ਦਾ ਗੁਆਂਢੀ ਚੰਗਾ ਹੈ। ਅੱਜ ਅਸੀਂ ਦੇਖਣਾ ਕਿ ਅਸੀਂ ਆਪਣੇ ਗੁਆਂਢੀਆਂ ਦੇ ਨਾਲ, ਜਾਂ ਅਸੀਂ ਆਪਣੇ ਆਲੇ ਦੁਆਲੇ ਦੇ ਰਿਲੇਟਿਵ ਦੇ ਨਾਲ, ਆਪਣੇ ਪੜੋਸੀਆਂ ਦੇ ਨਾਲ ਕਿਸ ਰੀਤੀ ਦੇ ਨਾਲ ਮਿਲਦੇ ਹਾਂ, ਕਿਸ ਦੇ ਨਾਲ ਵਿਚਰਦੇ ਹਾਂ, ਉਹਨਾਂ ਦੇ ਨਾਲ ਤੁਹਾਡਾ ਤੇ ਮੇਰਾ ਰਿਲੇਸ਼ਨ ਕਿੱਦਾਂ ਦਾ ਵਾ ਕਿ ਸੱਚਮੁੱਚ ਉਹ ਪਰਮੇਸ਼ਵਰ ਦੇ ਪ੍ਰੇਮ ਨੂੰ, ਪਰਮੇਸ਼ਵਰ ਦੀ ਬਲੈਸਿੰਗ ਨੂੰ, ਪਰਮੇਸ਼ਵਰ ਦੀ ਆਸ਼ੀਸ਼ ਨੂੰ ਤੁਹਾਡੇ ਜਾਂ ਮੇਰੇ ਜੀਵਨ ਦੇ ਵਿੱਚ ਵੇਖਦੇ ਆ, ਮਹਿਸੂਸ ਕਰਦੇ ਆ, ਫੀਲ ਕਰਦੇ ਆ। ਨੈਵਰ ਜਾਂ ਸਿਰਫ ਇੱਕ ਨਾਮਧਾਰੀ ਮਸੀਹ ਬਣ ਕੇ ਬੈਠ ਗਏ, ਉਹ ਕੰਮ ਕੋਈ ਵੀ ਪਰਮੇਸ਼ਵਰ ਦਾ ਜੀਵਨ 'ਚ ਹੈ ਹੀ ਨਹੀਂ। ਦੂਸਰਿਆਂ ਨੂੰ ਸਮੱਸਿਆ 'ਚ ਦੇਖਿਆ ਤਾਂ ਅਣਗਹਿਲੀ ਕਰਤੀ, ਛੱਡੋ ਇਹ ਸ਼ੈਤਾਨ ਦੇ, ਇੱਦਾਂ ਦੇ ਆ, ਇਹਨਾਂ ਦੀ ਲੋੜ ਨਹੀਂ ਕੋਈ ਹੈਲਪ ਕਰਨ ਦੀ। ਨਹੀਂ ਮੇਰੇ ਜੀ, ਇੱਥੇ ਅਸੀਂ ਰੋਂਗ ਹੈ। ਯਿਸੂ ਮਸੀਹ ਤਾਂ ਜੀ ਪੁੱਛਿਆ ਕਹਿੰਦਾ ਦੱਸੋ ਤਿੰਨਾਂ ਦੇ ਵਿੱਚੋਂ ਕੌਣ ਹੈ? ਔਰ ਇੱਥੇ ਵੀ ਪਰਮੇਸ਼ਵਰ ਦਾ ਵਚਨ ਕਹਿੰਦਾ ਕਿ ਗੱਲੀ ਜ਼ਬਾਨੀ ਨਹੀਂ, ਬਲਕਿ ਕਹਿੰਦਾ ਅਸੀਂ ਪ੍ਰੈਕਟੀਕਲ ਤੌਰ ਤੇ ਕਹਿੰਦਾ ਅਸੀਂ ਜਾਣ ਸਕਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਪੜ੍ਹ ਕੇ ਦੇਖਦੇ। ਮੇਰੇ ਯਿਸੂ ਮਤੀ ਦੀ ਅੰਜੀਲ ਮੇਰੇ ਨਾਲ ਥੋੜਾ ਪਿੱਛੇ ਜਾਣਾ, ਮਤੀ ਦੀ ਅੰਜੀਲ ਉਹਦਾ 25 ਅਧਿਆਇ। ਇੱਥੇ ਵੀ ਦੇਖੀਏ ਪਰਮੇਸ਼ਵਰ, ਮਤੀ ਦੀ ਅੰਜੀਲ ਉਹਦਾ 25 ਅਧਿਆਇ। ਹੋਲੀ ਸਪਿਰਿਟ आपका धन्यवाद करते हैं प्रभु, ਤੁਹਾਡੀ ਮਹਿਮਾ ਕਰਦੇ ਹਾਂ। ਹਾਲੇਲੂਇਆ ਰੱਬਾ 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 ਰਾ ਸ਼ਠਾ ਰੱਬਾ, ਤਾਰੀਫ ਕਰਦੇ ਹਾਂ, ਤਾਰੀਫ ਕਰਦੇ ਹਾਂ, ਤਾਰੀਫ ਕਰਦੇ ਹਾਂ। ਉਹਦੇ 41 ਦੇ ਵਿੱਚ ਲਿਖਦਾ, ਮਤੀ ਉਹਦਾ 25 ਉਹਦਾ 41 ਦੇ ਵਿੱਚ ਲਿਖਦਾ, ਕਹਿੰਦਾ ਕਿ ਤਦ ਜਿਹੜੇ ਖੱਬੇ ਪਾਸੇ ਹੋਣ ਉਹਨਾਂ ਨੂੰ ਵੀ ਉਹ ਕਹੇਗਾ, ਹੇ ਸ਼ਰਾਬੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚਲੇ ਜਾਓ ਜਿਹੜੀ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ। ਕਿਉਂ ਜੋ ਮੈਂ ਭੁੱਖਾ ਸਾਂ ਅਰ ਤੁਸਾਂ ਮੈਨੂੰ ਨਾ ਖਵਾਇਆ, ਮੈਂ ਧਿਆਇਆ ਸਾਂ ਅਰ ਤੁਸਾਂ ਮੈਨੂੰ ਨਾ ਪਿਆਇਆ, ਮੈਂ ਪਰਦੇਸੀ ਸਾਂ ਅਤੇ ਤੁਸਾਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸਾਂ ਅਤੇ ਤੁਸਾਂ ਮੈਨੂੰ ਨਾ ਪਹਿਨਾਇਆ, ਰੋਗੀ ਅਤੇ ਕੈਦੀ ਸਾਂ ਅਰ ਤੁਸਾਂ ਮੇਰੀ ਤਦ ਉਹ ਵੀ ਉੱਤਰ ਦੇਣਗੇ, ਪ੍ਰਭੂ ਜੀ ਕੀ
ਕਦ ਅਸਾਂ ਤੈਨੂੰ ਭੁੱਖਾ ਜਾਂ ਥਿਆਇਆ ਜਾਂ ਪਰਦੇਸੀ ਜਾਂ ਨੰਗਾ ਜਾਂ ਰੋਗੀ ਜਾਂ ਕੈਦੀ ਵੇਖਿਆ ਅਤੇ ਤੇਰੀ ਟਹਿਲ ਨਾ ਕੀਤੀ। ਤਦ ਉਸਨੇ ਉਹਨੂੰ ਇਹ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸਾਂ ਇਹਨਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ। ਹਾਲੇਲੂਇਆ। ਇੱਥੇ ਯਿਸੂ ਮਸੀਹ ਸਾਫ਼ ਕਹਿੰਦੇ ਉਹਨਾਂ ਨੂੰ ਪੁੱਛੇਗਾ ਕਿ ਮੈਂ ਇਹਨਾਂ ਸਮੱਸਿਆਵਾਂ ਦੇ ਵਿੱਚ, ਇਹਨਾਂ ਪਰੇਸ਼ਾਨੀਆਂ ਦੇ ਵਿੱਚ ਬਿਮਾਰ ਸਾਂ, ਨੰਗਾ ਸਾਂ, ਪਰਦੇਸੀ ਸਾਂ, ਭੁੱਖਾ ਸਾਂ, ਥਿਆਇਆ ਸਾਂ, ਰੋਗੀ ਸਾਂ, ਕੈਦੀ ਸਾਂ, ਮੇਰੀ ਕਹਿੰਦਾ ਕੋਈ ਖਬਰ ਨਹੀਂ। ਕਹਿੰਦਾ ਉਹ ਸਵਾਲ ਪੁੱਛਣਗੇ, ਪ੍ਰਭੂ ਜੀ ਅਸੀਂ ਤੈਨੂੰ ਕੈਦ ਦੇ ਵਿੱਚ ਕਰੋ ਦੇਖਿਆ, ਅਸੀਂ ਤੈਨੂੰ ਭੁੱਖਾ ਕਰੋ ਦੇਖਿਆ, ਤੈਨੂੰ ਥਿਆਇਆ ਕਰੋ ਦੇਖਿਆ, ਤੈਨੂੰ ਨੰਗਾ ਕਰੋ ਦੇਖਿਆ, ਤੈਨੂੰ ਬਿਮਾਰ ਕਰੋ ਦੇਖਿਆ, ਤੈਨੂੰ ਕੈਦ ਵਿੱਚ ਕਰੋ ਦੇਖਿਆ। ਯਿਸੂ ਮਸੀਹ ਨੇ ਸਾਫ਼ ਬੋਲਿਆ, ਕਹਿੰਦਾ ਕਿ ਜਦੋਂ ਛੋਟਿਆਂ ਦੇ ਨਾਲ ਨਹੀਂ ਕੀਤਾ ਤਾਂ ਸਮਝੋ ਮੇਰੇ ਨਾਲ ਵੀ ਨਹੀਂ ਕੀਤਾ। ਜਿਨ੍ਹਾਂ ਦੇ ਨਾਲ ਅਸੀਂ ਰਹਿੰਦੇ ਹਾਂ, ਮਿਲਦੇ ਹਾਂ, ਵਿਚਰਦੇ ਹਾਂ, ਜਿਨ੍ਹਾਂ ਨਾਲ ਖਾਣੇ ਪੀਣੇ ਆ, ਜਦੋਂ ਅਸੀਂ ਉਸ ਨਾਲ ਪ੍ਰੇਮ ਨਹੀਂ ਕਰ ਸਕਦੇ, ਉਹਨਾਂ ਦੀ ਹੈਲਪ ਨਹੀਂ ਕਰ ਸਕਦੇ, ਤਾਂ ਅਸੀਂ ਕਿੱਦਾਂ ਕਹਿ ਸਕਦੇ ਕਿ ਤੁਹਾਡੇ ਵਿੱਚ ਤੇ ਮੇਰੇ ਵਿੱਚ ਪਰਮੇਸ਼ਰ ਦਾ ਪ੍ਰੇਮ ਹੈ, ਤੁਹਾਡੇ ਵਿੱਚ ਮੇਰੇ ਵਿੱਚ ਪਰਮੇਸ਼ਰ ਦੀ ਬਲੈਸਿੰਗ ਹੈ। ਅਗਰ ਬਲੈਸਿੰਗ ਹੈ, ਅਗਰ ਪ੍ਰੇਮ ਹੈ, ਤਾਂ ਉਹ ਦਿਖਣਾ ਚਾਹੀਦਾ ਵਾ ਹਰ ਸਮੇਂ, ਹਰ ਪ੍ਰਸਥਿਤੀ ਦੇ ਵਿੱਚ। ਤੁਹਾਨੂੰ ਤੇ ਮੈਨੂੰ ਕਿਤੇ ਨਾ ਕਿਤੇ, ਕਿਸੇ ਨਾ ਕਿਤੇ ਨਾ ਖਲੋਣਾ ਪਵੇਗਾ ਉਹਦੀ ਹੈਲਪ ਦੇ ਲਈ, ਉਹਦੀ ਮਦਦ ਦੇ ਲਈ, ਤਾਂ ਕਿ ਮਸੀਹ ਦੇ ਬਾਰੇ ਲੋਕ ਜਾਣ ਪਾਣ। ਕਈ ਵਾਰ ਅਸੀਂ ਇਕੱਲੀ ਪ੍ਰੇਅਰ ਹੀ ਕਰਦੇ ਹਾਂ, ਇਕੱਲੀ ਮੇਰੇ ਜੋ ਪ੍ਰੇਅਰ ਹੀ ਉਹਦੀ ਲਾਈਫ ਦੇ ਵਿੱਚ ਕਈ ਵਾਰੀ ਕੰਮ ਨਹੀਂ ਕਰੇਗੀ। ਸਾਨੂੰ ਕਈ ਵਾਰੀ ਵਧਣਾ ਪਵੇਗਾ, ਸਟੈਪ ਲੈਣਾ ਪਵੇਗਾ, ਉਹਦੇ ਨਾਲ ਉਹਦੀ ਹੈਲਪ ਕਰਨੀ ਪਵੇਗੀ, ਦੱਸਣਾ ਪਵੇਗਾ ਕਿ ਹਾਂ ਸੱਚਮੁੱਚ ਸਾਡੇ ਜੀਵਨ ਦੇ ਵਿੱਚ, ਤੁਹਾਡੇ ਇਸ ਸਮੱਸਿਆ, ਇਸ ਪਰੇਸ਼ਾਨੀ ਦੇ ਵਿੱਚ, ਇਸ ਦੁੱਖ ਦੇ ਵਿੱਚ ਅਸੀਂ ਤੁਹਾਡੇ ਨਾਲ ਹਾਂ। ਸਾਨੂੰ ਇਸ ਦੁੱਖ ਦੇ ਵਿੱਚ ਤੁਸੀਂ ਆਪਣੇ ਨਾਲ ਵੰਡ ਸਕਦੇ ਹੋ, ਆਪਣੀਆਂ ਸਮੱਸਿਆਵਾਂ ਸਾਡੇ ਨਾਲ ਸ਼ੇਅਰ ਕਰ ਸਕਦੇ, ਤਾਂ ਕਿ ਅਸੀਂ ਉਹਨਾਂ ਨੂੰ ਦੂਸਰੇ ਅੱਗੇ ਜ਼ਾਹਰ ਨਾ ਕਰੀਏ, ਬਲਕਿ ਉਹਨਾਂ ਲਈ ਦੁਆ ਕਰੀਏ, ਉਹਨਾਂ ਦੀ ਹੈਲਪ ਕਰੀਏ, ਜਿੰਨੀ ਤੁਹਾਡੇ ਮੇਰੇ ਕੋਲੋਂ ਬਣ ਪਾਉਂਦੀ ਹੈ। ਸਾਹਮਣੇ ਦੇਖੋ ਕਿੰਨੀ ਵਧੀਆ ਇੱਕ ਐਗਜ਼ਾਮਪਲ, ਇੱਕ ਕਿੰਨਾ ਵਧੀਆ ਉਦਾਹਰਨ ਤੁਹਾਡੇ ਮੇਰੇ ਲਈ ਰੱਖੀ। ਉਹਨੂੰ ਵੀ ਕਿਤੇ ਨਾ ਕਿਤੇ ਕੰਮ ਪਿਆ ਹੋਣਾ ਜਾਣਾ, ਉਹਨੇ ਆਪਣੇ ਕੰਮ ਨੂੰ ਰੋਕ ਲਿਆ, ਸਫ਼ਰ ਕਰਦਾ ਆਇਆ, ਕਿਤੇ ਜਾ ਰਿਹਾ ਹੋਵੇਗਾ, ਸ਼ਾਇਦ ਕਿਤੇ ਆ ਰਿਹਾ ਹੋਵੇਗਾ, ਕਿਤੇ ਵੀ ਜਾ ਰਿਹਾ ਹੋਵੇਗਾ, ਉਹਨੇ ਉਸ ਕੰਮ ਵੱਲ ਧਿਆਨ ਨਹੀਂ ਦਿੱਤਾ, ਮੁੜ ਕੇ ਕਿ ਮੈਂ ਕਿਹੜੇ ਕੰਮ ਜਾਣਾ। ਉਹਨੇ ਜਦੋਂ ਉਸ ਪਰਸਨ ਨੂੰ ਵੇਖਿਆ ਜੋ ਡਾਕੂਆਂ ਦੇ ਦੁਆਰਾ ਲੁੱਟਿਆ ਗਿਆ ਸੀ, ਕੁੱਟਿਆ ਗਿਆ ਸੀ, ਨੰਗਾ ਸੀ, ਅਤਮ ਹੋਇਆ ਪਿਆ ਸੀ, ਉਹਨੂੰ ਚੱਕਿਆ, ਉਹਦੇ ਤੇ ਘਾਵਾਂ ਦੇ ਨਾਲ ਪੱਟੀ ਬੰਨੀ, ਮੈਂ ਔਰ ਤੇਲ ਨਾਲ ਜ਼ਖਮਾਂ ਨੂੰ ਸਾਫ਼ ਕੀਤਾ, ਉਹਨੂੰ ਸਵਾਰੀ ਤੇ ਲਿਜਾ ਕੇ ਸਰਾਂ ਦੇ ਵਿੱਚ ਲੈ ਕੇ ਆਇਆ, ਔਰ ਪਠਿਆਰੇ ਨੂੰ ਅਗਲੇ 2 ਦਿਨ ਉਹਨੇ 2 ਅਠਾਨੀਆਂ ਦਿੱਤੀਆਂ। ਕਹਿੰਦਾ ਕਿ ਦੀ ਟਹਿਲ ਦੀ ਸੇਵਾ ਕਰਦਾ ਰਹੀ, ਜੋ ਤੇਰਾ ਬਾਕੀ ਲੱਗੇ ਮੈਂ ਵਾਪਸ ਆਉਂਦਾ ਹੈ ਤੈਨੂੰ ਦੇਸ਼ में, और चला गया हो गया सब। तो यीशु मसीह ने पूछा कौन है मेरा गवांढी। आज ਅਸੀਂ ਵੀ अगर किसी को पूछिए कि कौन है मेरा गवांढी, अगर किसी ने साडी प्रॉब्लम ਦੇ ਵਿੱਚ, ਸਾਡੀ ਸਮੱਸਿਆ ਦੇ ਵਿੱਚ, ਜਾਂ ਕੁਛ ਇੱਦਾਂ ਦੀ परिस्थिति ਹੋਵੇ ਜਿਹਦੇ ਵਿੱਚ ਸਾਨੂੰ ਕਿਸੇ ਦੀ ਜ਼ਰੂਰਤ ਸੀਗੀ, ਤਾਂ ਜਿਹਨੇ ਆ ਕੇ ਸਾਡੀ ਹੈਲਪ ਕੀਤੀ ਹੋਵੇ, ਜਿਹਨੇ ਆ ਕੇ ਸਾਨੂੰ ਸੰਭਾਲਿਆ ਹੋਵੇ, ਅਸੀਂ ਉਹਨੂੰ ਯਾਦ ਕਰਾਂਗੇ ਕਿ ਉਹ ਪਰਸਨ ਮੇਰਾ ਗਵਾਂਢੀ ਆ। ਜਾਂ ਅਸੀਂ ਕਿਸੇ ਦੀ ਹੈਲਪ ਕੀਤੀ ਹੋਵੇਗੀ, ਜਾਂ ਕਿਸੇ ਦੇ ਦੁੱਖ ਦੇ ਵਿੱਚ ਅਸੀਂ ਸ਼ਾਮਿਲ ਹੋ ਕੇ ਉਹਨੂੰ ਹੌਸਲਾ ਜਾਂ ਕੋਈ ਉਹਦੀ ਹੈਲਪ ਦੇ ਲਈ ਕੁਛ ਨਾ ਕੁਛ ਕੀਤਾ ਹੋਵੇਗਾ, ਤਾਂ ਉਹ ਸੱਚਮੁੱਚ ਮੇਰੇ ਜ਼ਰੂਰ ਭੁੱਲੇਗਾ ਨਹੀਂ, ਕਿਤੇ ਨਾ ਕਿਤੇ ਯਾਦ ਜ਼ਰੂਰ ਕਰੇਗਾ ਕਿ ਉਹ ਹੈ ਪਰਸਨ ਜਿਹਨੇ ਉਸ परिस्थिति ਦੇ ਵਿੱਚ, ਉਸ ਹਾਲਾਤ ਦੇ ਵਿੱਚ ਮੇਰੀ ਹੈਲਪ ਕੀਤੀ ਔਰ ਮੈਨੂੰ ਸੰਭਾਲਿਆ। ਇੱਥੇ ਸਾਮਰੀ ਪਰਸਨ ਦੇਖੋ, ਇੱਕ ਅੱਛੀ ਗੁੱਡ ਐਗਜ਼ਾਮਪਲ ਦੇ ਕੇ ਗਿਆ ਤੁਹਾਡੇ ਲਈ। ਆਪਣੀ ਸਵਾਰੀ ਤੇ ਚੜਾਇਆ, ਸਰਾਂ ਦੇ ਵਿੱਚ ਲੈ ਕੇ ਆਉਂਦਾ, 2 ਅਠਿਆਨੀਆਂ ਦਿੱਤੀਆਂ। ਅੱਜ ਵੀ ਲੋਕ ਬਹੁਤ ਸਾਰੇ ਆ ਮੇਰੇ ਜੀਸੂ, ਬਹੁਤ ਸਾਰੇ ਜੋ ਅੱਜ ਪਰਮੇਸ਼ਰ ਤੋਂ ਦੂਰ ਆ, ਪ੍ਰਭੂ ਦੀ ਆਸ਼ੀਸ਼ ਤੋਂ ਦੂਰ ਆ, ਜੋ ਗਲਤ ਰਸਤਿਆਂ ਉੱਤੇ, ਗਲਤ ਟਰੈਕ ਤੇ ਆ, ਔਰ ਸ਼ੈਤਾਨ ਡੈਵਲ ਉਹਨਾਂ ਦੀ ਲਾਈਫ ਨੂੰ ਸਮੱਸਿਆਵਾਂ ਦੇ ਵਿੱਚ ਪਾ ਰਿਹਾ, ਰੋਜ਼ ਉਹਨਾਂ ਨੂੰ ਪ੍ਰੋਬਲਮ ਦੇ ਵਿੱਚ ਲੈ ਕੇ ਜਾ ਰਿਹਾ।
रोज उन्हां दी जिंदगियां दे नाल खिलवाड़ कर रहे हैं और बिना तरस किते उनकी लाइफ में डिस्ट्रॉय खत्म करना चाहता। अज भी जिदा दे हालात असी पूरी दुनिया दे विच वेख रहे हैं मेरे दोस्तों, लोग बहुत परेशानियां दे नाल समस्यावां दे नाल ग्रस्त है और अज जरूरत है मेरे लोगों उन्होंने लोगों तक परमेश्वर के वचन लैके जान दी, परमेश्वर के कलाम लैके जान दी, ताकि जिहड़े शैतान के द्वारा सताए जा रहे हैं, जिहड़े डैवल के द्वारा समस्याओं के विच आ रहे हैं, जिहड़े शैतान के द्वारा बीमारियां दे नाल अपनी जानां नूं गवा रहे हैं, जिहड़ां उत्ते कोई भी कई बारी तरस नहीं कर रहा, वो लोग परमेश्वर के कलाम के द्वारा अच बचाए जा सकते हैं। परमेश्वर की वाणी के द्वारा, तुहाडी दया के द्वारा, तुहाडे तरस के द्वारा वो बचाए जा सकते हैं, क्योंकि अज भी वो नाश हो रहे हैं, अज भी वो लाइफ के लिए फिक्रमंद जरूर है, पर उन्होंने पता नहीं है कि असं अपनी लाइफ को सेव कितना कर सकते हैं। अज तुहाडे ते मेरे लिए मेरे जीजो एक मौका है कि उन लोगों तक पहुँचना जो दुखी आ, बीमार आ, समस्यावां दे विच आ, परमेश्वर तो दूर आ। जिस तरह वो सामरी उन्होंने सराह दे विच लैके आया, घावां ते मैल ते तेल दे नाल पट्टी बनी, 2 अठियानियां कट के उन्हें पठियारे नूं दित्तियां। धन्यवाद हो परमेश्वर। सराह परमेश्वर दा भवन, परमेश्वर दी हैकल, पठियारा परमेश्वर दा दास, जो सराह दे विच रह के उन्होंने लोगों के लिए प्रार्थना करे, उन्होंने परमेश्वर दे अगे बेनती करे कि प्रभु पासियां 2 अठियानियां, एक परमेश्वर का वचन, दूसरा परमेश्वर की कलीसिया, कि परमेश्वर के वचन तो जाणू हो जान, वो कलीसिया दे विच शामिल हो जान, कि वो लोग बचाए जा सकन, वो जान सकन कि यीशु परमेश्वर, वो कह सकन कि सचमुच ये है मेरा गुआंढी, वो बोल सकन कि इन्हां दे विच है यीशु मसीह दा प्रेम, इन्हां दे विच है यीशु मसीह दे प्रति वचन नूं पूरा करन दी क्षमता, जिहड़े समस्यावां प्रॉब्लम दे विच वेखदे होए अपने आप नूं अगे लैके आउंदे, क्योंकि अज भी बहुत सारे लोग नाश हो गए शैतान के द्वारा, समस्यावां के द्वारा। एक ही सलूशन है मेरे जीजो, परमेश्वर, और वो तुहानू ते मैनू बनना पवेगा उस सामरी दी न्याई जिहड़ा हैल्प दे लई, मदद दे लई अगे आया, ताकि उस पर्सन की जान बचाई जा सके, उस पर्सन की जान बचाई जा सके। परमेश्वर किसी को भी कितनी भी जगह इस्तेमाल कर सकता, पर जरूरत है वो आपां तैयार रहने की। वो लैके आए सरां दे विच पठियारे दे कोल आया, 2 अठियानियां दित्तियां, परमेश्वर का वचन और परमेश्वर की कलीसिया, सरां दे विच लैके आया परमेश्वर का भवन, पठियारा परमेश्वर का दास जिहड़ा उस जगह ते रह के सेवा करता। अज जरूरत है लोग परमेश्वर के कोल लैके आउंदे, अज लोकां नूं जरूरत है यीशु मसीह की, ताकि इन्हां परिस्थितियों के विच परमेश्वर उन्होंने संभाले और एक अच्छा गवांढी बनने के लिए, एक अच्छा पड़ोसी बनने के लिए तुहाडे लिए मेरे को एक सुंदर अवसर है कि असी परमेश्वर के वचन के द्वारा उन्होंने सिखा पाइए, दस पाइए कि मेरे भाई मेरी बहन, यीशु तुहाडे इन्हां कामां नूं, यीशु तुहाडे इन्हां जख्मां नूं, यीशु तुहाडे इन्हां रोगां नूं, यीशु तुहाडीआं इन्हां समस्यावां नूं तुहाडे जीवन चों दूर करन दी क्षमता रखदा। यीशु तुहानूं उस डाकू शैतान दे हत्थ तो बचाउण दी क्षमता रखदा, क्योंकि यीशु दा कलाम जिंदा आ, क्योंकि यीशु मसीह चाहते कि कोई भी रूह नाश ना होवे, क्योंकि यीशु का इस धरती ते आउण दा मकसद है कि हर एक पर्सन परमेश्वर के कलाम तो जाणू होवे। अगर असी परमेश्वर के वचन तो जाणू हाँ तो प्रैक्टिकल तुहाडे ते मेरी लाइफ दे विच होना चाहिए, तां जो परमेश्वर की आशीष दूसरे तक पहुँच सके। प्रभु तुहानूं ब्लैस करे मेरे जीजो, तड़ा धन्यवाद करते। यीशु ने अखीर दे विच लिखिया
कहते जा तू भी ਐਵੇਂ ही कर। सिर्फ वचन ਨੂੰ पढ़ना ਜਾਂ ਸੁਣਨਾ ਕਾਫੀ नहीं है, उस वचन ਤੇ अमल करना, उस वचन ਤੇ मनन करना, उस वचन ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਤੁਹਾਡੇ ਮੇਰੇ ਲਈ बहुत महत्वपूर्ण है। प्रभु तुहानू ब्लैस करे। आइए अखां बंद करके प्रार्थना करांगे। सामर्थी प्रभु यीशु नाम च पिता जी, एक बार फिर तेरे चरणा च आने खुदावंद, अच्छे समय मेल मिलाप ले प्रभु तेरा धन्यवाद करते हैं। जिन्ने भी तेरे बेटियां बेटे खुदावंद खुदा तेरे से वचन सुनन देखन मेरे पिता, शेयर करन पिता, सब ले बरकत का कारण बनने पाए। तेरे बेटियां बेटे मेरे पिता परमेश्वर जी इस्तेमाल होने पिता जी अपने एरिया दे विच, अपने पिता परमेश्वर जी जगह दे विच खुदा जिथे किते वे रह रहे हैं, ताकि सब लोग मेरे पिता के अच्छे आचरण, अच्छे मेल मिलाप, अच्छे फैलोशिप राही कह सकन कि यह मेरा अच्छा गवांढी, पर इन दे विच परमेश्वर का वचन कार्य करता है। प्रभु तेरा धन्यवाद करते हर एक उत्ते बड़ी कृपा करना, तुहाडी महिमा करते ते नाम उच्चा करते हुए यीशु मसीह के पवित्र और सामर्थी नाम दे विच मंगते हैं, आमीन। प्रभु तुहानू सारिआं नूं ब्लैस करे। एक बार फिर आप प्रभु यीशु मसीह के नाम दे विच जय मसीह की। गॉड ब्लैस यू।